ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬੇਗਨ ਬਿਨਾਸਨ ਸੋਏ। ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਤਰ ਕਰ ਮਾਥ ਜਿਸਮਹਿ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਬਿਨੈ ਪ੍ਰਸ਼ੰਸਾ ਸਾਧਤੇ ਸੁਨ ਹਸੇ ਕਿਰਪਾਲਾ ਦਇਆਲ ਪੁਰੀ ਕਹੋ ਕਾਜ ਕਿਆ ਚਲ ਆਏ ਉਤਾਲਾ ਪਹੁੰਚਿਓ ਜੰਗਲ ਦੇਸ਼ ਮਹਿ ਤਜ ਕਰ ਘਰ ਬਾਰਾ ਕਹਾ ਕਾਮਨਾ ਉਰ ਭਈ ਕਿਆ ਮਤੋ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਦੀਨੇ ਨਗਰ ਦੇ ਰਹਿਣ ਵਾਲੇ ਚੌਧਰੀ ਸ਼ਮੀਰ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ। ਆਖਿਆ, ਸ਼ਮੀਰ ਜੀ ਮੰਗੋ ਕੀ ਇੱਛਾ ਹੈ। ਸ਼ਮੀਰ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਇਸ ਭਵਜਲ ਵਿੱਚ ਡੁੱਬਦੇ ਨੂੰ ਕੱਢ ਲਓ ਔਰ ਮੇਰਾ ਜਨਮ ਮਰਨ ਕੱਟ ਦਿਓ। ਗੁਰਦੇਵ ਨੇ ਬਚਨ ਕੀਤਾ, ਸ਼ਮੀਰ ਜੀ ਐਸੇ ਹੀ ਹੋਵੇਗਾ। ਕੱਲ ਨੂੰ ਆਉਣਾ। ਰਾਤ ਨੂੰ ਜਿਸ ਵੇਲੇ ਸ਼ਮੀਰ ਜੀ ਸੁੱਤੇ ਨੇ ਤੇ ਸੁਪਨੇ ਵਿੱਚ ਬੜੀ ਅਦਭੁਤ ਖੇਡ ਵੇਖੀ। ਇੱਕ ਜਨਮ ਛੱਡ ਕੇ ਦੂਸਰੇ ਵਿੱਚ, ਕਦੇ ਕਿਸ ਜੋਨੀ 'ਚ ਕਦੇ ਕਿਸ ਜੋਨੀ 'ਚ। ਬੜੇ ਹੈਰਾਨ। ਇੱਕ ਜਨਮ ਦੇ ਵਿੱਚ ਪੀਲੂ ਖਾਧੇ ਨੇ। ਸਵੇਰੇ ਉਹਨਾਂ ਪੀਲੂਆਂ ਦੇ ਦਾਣੇ ਦੰਦਾਂ 'ਚ ਫਸੇ ਵੇਖੇ ਨੇ। ਕਲਗੀਧਰ ਦੀ ਸ਼ਰਨ 'ਚ ਆਏ, ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਮਝ ਨਹੀਂ ਆਈ। ਆਖਿਆ, ਸ਼ਮੀਰ ਇਤਨੇ ਜਨਮ ਤੂੰ ਧਾਰਨ ਕਰਨੇ ਸਨ, ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਤੇਰੇ ਉਹ ਸਾਰੇ ਜਨਮ ਕੱਟੇ ਗਏ ਨੇ, ਤੇਰਾ ਲੇਖਾ ਨਿਬੜ ਗਿਆ। ਇੱਧਰ ਸਰਹੰਦ ਸ਼ਹਿਰ ਦੇ ਰਹਿਣ ਵਾਲੇ ਦਿਆਲਪੁਰੀ ਜੀ, ਜੋ ਮਹੰਤ ਸ਼ੀਤਲਪੁਰੀ ਜੀ ਦੇ ਚੇਲੇ ਸਨ, ਪਤਾ ਲੱਗਾ ਕਿ ਕਲਗੀਧਰ ਜੀ ਨੇ ਬਚਨ ਕੀਤਾ ਕਿ ਸਰਹੰਦ ਉਜੜ ਜਾਏਗਾ ਤੇ ਮੈਂ ਵੀ ਸਰਹੰਦ 'ਚ ਰਹਿਣਾ, ਮੇਰੇ ਵੀ ਇੱਥੇ ਸੇਵਕ ਨੇ, ਮੈਂ ਜਾ ਕੇ ਗੁਰੂ ਸਾਹਿਬ ਜੀ ਕੋਲੋਂ ਆਪਣਾ ਮਹੱਲਾ ਬਖਸ਼ਾ ਲਵਾਂ। ਤੋ ਦਿਆਲਪੁਰੀ ਜੀ ਸਰਹੰਦ ਤੋਂ ਚੱਲ ਕੇ ਦੀਨੇ ਨਗਰ ਸਤਿਗੁਰਾਂ ਦੀ ਸ਼ਰਨ 'ਚ ਆਏ। ਕਲਗੀਧਰ ਜੀ ਦਾ ਅਸਤੋਤਰ ਗਾਇਨ ਕੀਤਾ, ਜੋ ਆਪਾਂ ਕੱਲ ਦੀ ਕਥਾ ਵਿੱਚ ਵਿਚਾਰਿਆ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਿਆਲਪੁਰੀ ਜੀ ਨੇ ਜਿਵੇਂ ਸਤਿਗੁਰੂ ਜੀ ਦੀ ਪ੍ਰਸ਼ੰਸਾ ਕੀਤੀ ਹੈ, ਗੁਰਦੇਵ ਨੂੰ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ। ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਬਿਨੈ ਪ੍ਰਸ਼ੰਸਾ ਸਾਧ ਤੇ ਸੁਨ ਹਸ। ਤੇ ਸੁਣ ਕੇ ਕਲਗੀਧਰ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਦਇਆਲਪੁਰੀ ਕਹੋ ਕਾਜ ਕਿਆ, ਚੱਲ ਆਏ ਉਤਾਲਾ। ਮਹਾਰਾਜ ਜੀ ਕਹਿੰਦੇ, ਹਾਂ ਜੀ ਦਿਆਲਪੁਰੀ ਜੀ, ਕੀ ਕੰਮ ਪੈ ਗਿਆ ਸਾਡੇ ਨਾਲ ਕਿ ਬੜੇ ਉਤਾਵਲੇ ਹੋ ਕੇ, ਕਾਲੇ ਹੋ ਕੇ ਚੱਲ ਕੇ ਆਏ ਹੋ ਸਰਹੰਦ ਸ਼ਹਿਰ ਤੋਂ। ਐਸਾ ਕੀ ਕੰਮ ਸਾਡੇ ਨਾਲ ਆਣ ਪਿਆ ਹੈ? ਪਹੁੰਚਿਓ ਜੰਗਲ ਦੇਸ਼ ਮਹਿ, ਤਜ ਕਰ ਘਰ ਬਾਰਾ। ਆਪਣਾ ਡੇਰਾ ਛੱਡ ਕੇ ਤਾਂ ਮਨ ਤੋਂ ਉਦਾਂ ਹੀ ਨਹੀਂ ਨਿਕਲਦੇ ਹੁੰਦੇ। ਤੁਸੀਂ ਆਪਣਾ ਘਰ-ਬਾਰ ਛੱਡ ਕੇ ਸਰਹੰਦ ਤੋਂ ਚੱਲ ਕੇ ਇੱਥੇ ਜੰਗਲ ਦੇ ਇਲਾਕੇ 'ਚ ਸਾਡੇ ਕੋਲ ਆ ਗਏ। ਜੇ ਇੱਥੇ ਜੰਗਲ ਦੇ ਇਲਾਕੇ ਵਿੱਚ ਇੰਨੀ ਦੂਰੋਂ ਆਏ ਹੋ ਤਾਂ ਕੋਈ ਕੰਮ ਹੋਵੇਗਾ। ਦੱਸੋ ਮਹੰਤ ਜੀ, ਦਿਆਲਪੁਰੀ ਜੀ, ਸਾਡੇ ਨਾਲ ਕੀ ਤੁਹਾਡਾ ਕਾਰਜ ਆਣ ਬਣਿਆ ਹੈ? ਕਹਾ ਕਾਮਨਾ ਉਰ ਭਈ, ਕਿਆ ਮਤੋ ਵਿਚਾਰਾ। ਕੀ ਕਾਮਨਾ ਤੁਹਾਡੇ ਮਨ ਦੀ?
ਤੁਹਾਡੇ ਮਨ ਦਾ ਮਤਾ ਕੀ ਹੈ, ਕੀ ਇੱਛਾ ਹੈ? ਸੁਨਤ ਸਾਧ ਬੋਲਿਓ ਬਿਨੈ ਜਹ ਭਾ ਅਤ ਪਾਪਾ। ਸੁਣ ਕੇ ਇਹ ਸੰਤ ਜੀ ਬੋਲੇ, ਦਿਆਲਪੁਰੀ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਸਰਹੰਦ ਸ਼ਹਿਰ ਵਿੱਚ ਬੜਾ ਵੱਡਾ ਪਾਪ ਹੋਇਆ, ਕਹਿਰ ਗੁਜ਼ਰਿਆ। ਬੜਾ ਵੱਡਾ ਪਾਪ ਜੋ ਸਰਹੰਦ ਸ਼ਹਿਰ ਦੇ ਵਿੱਚ ਹੋਇਆ ਹੈ। ਸਾਹਿਬਜ਼ਾਦੇ ਹੱਥ ਕਰੇ ਤਿਸ ਕੋ ਤੁਮ ਸਰਾਪਾ। ਸਰਹੰਦ ਸ਼ਹਿਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਆਪ ਜੀ ਦਾ ਬਚਨ ਹੋਇਆ ਸਰਹੰਦ ਸ਼ਹਿਰ ਲਈ ਕਿ ਇਹ ਉਜੜ ਜਾਏਗਾ, ਇਹਦੀਆਂ ਨੀਹਾਂ ਪੁੱਟ ਕੇ ਮੇਰਾ ਖਾਲਸਾ ਇੱਥੇ ਹਲ ਵਾਵੇਗਾ। ਸਰਹੰਦ ਦੀ ਇੱਟ ਨਾਲ ਇੱਟ ਖੜਕਾਏਗਾ ਮੇਰਾ ਖਾਲਸਾ। ਇਹ ਜਿਹੜੇ ਬਚਨ ਆਪ ਜੀ ਨੇ ਕੀਤੇ ਹਨ, ਤਹਾਂ ਬਾਸ ਮੇਰੋ ਅਹੈ ਸਿੱਖ ਸੇਵਕ ਕੇਈ। ਮਹਾਰਾਜ ਉਸੇ ਸਰਹੰਦ ਵਿੱਚ ਮੈਂ ਵੀ ਵਸਦਾ ਹਾਂ। ਮੇਰੇ ਬਹੁਤ ਸਾਰੇ ਸੇਵਕ ਤੇ ਸਿੱਖ ਵੀ ਉਸੇ ਨਗਰ ਸਰਹੰਦ ਚ ਵਸਦੇ ਹਨ। ਸੁਨਿਓ ਆਪ ਕੇ ਸਰਾਪ ਕੋ ਧਰ ਕਰ ਡਰ ਤੇਈ। ਸਤਿਗੁਰੂ ਜੀ ਜਦੋਂ ਮੈਂ ਆਪ ਜੀ ਦਾ ਇਹ ਬਚਨ ਸੁਣਿਆ ਕਿ ਸਰਹੰਦ ਉਜੜ ਜਾਏਗਾ, ਤੇ ਮੈਂ ਆਪਣੇ ਮਨ ਚ ਡਰ ਧਾਰਨ ਕਰਕੇ, ਭੈ ਧਾਰਨ ਕਰਕੇ, ਮਿਲ ਆਏ ਮੁਝ ਪਾਸ ਬਹੋ ਤਿਨਹੂ ਕੋ ਪ੍ਰੇਰਾ। ਉਹ ਜਿਹੜੇ ਮੇਰੇ ਪ੍ਰੇਮੀ ਸੀ ਉਹ ਮੇਰੇ ਕੋਲ ਆਏ। ਉਹਨਾਂ ਨੇ ਮੈਨੂੰ ਆ ਕੇ ਪ੍ਰੇਰਨਾ ਕੀਤੀ ਕਿ ਤੁਸੀਂ ਜਾ ਕੇ ਕਲਗੀਧਰ ਦੇ ਚਰਨਾਂ 'ਚ ਬੇਨਤੀ ਕਰਕੇ ਆਪਣਾ ਆਪ ਤਾਂ ਬਖਸ਼ਾਈਏ ਨਾ। ਸਰਹੰਦ ਵਿੱਚ ਪਾਪ ਤਾਂ ਸੂਬੇ ਸਰਹੰਦ ਨੇ ਕੀਤਾ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹਦੇ ਵਿੱਚ ਅਸੀਂ ਵੀ ਵਸਦੇ ਹਾਂ। ਆਪਣਾ ਆਪ ਸਤਿਗੁਰਾਂ ਦੇ ਕੋਲੋਂ ਬਖਸ਼ਾ ਲਈਏ, ਐਸਾ ਯਤਨ ਕਰੀਏ। ਬਖਸ਼ਾਵਨ ਹਿਤ ਸਭ ਕਹਿਓ ਤਜ ਆਇਓ ਡੇਰਾ। ਜਦੋਂ ਮੇਰੇ ਉਹ ਸਾਰੇ ਚੇਲੇ ਮੇਰੇ ਕੋਲ ਆਏ, ਮੈਨੂੰ ਕਹਿਣ ਲੱਗੇ ਕਿ ਗੁਰੂ ਸਾਹਿਬ ਕੋਲ ਜਾ ਕੇ ਆਪਣਾ ਆਪ ਬਖਸ਼ਾਈਏ, ਤਾਂ ਉਹਨਾਂ ਦੀ ਪ੍ਰੇਰਨਾ ਨਾਲ, ਹੇ ਕਲਗੀਧਰ ਜੀ, ਮੈਂ ਸਰਹੰਦ ਤੋਂ ਆਪਣਾ ਡੇਰਾ ਛੱਡ ਕੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਸ਼ਰਨ ਪਰਿਓ ਮੈਂ ਆਨ ਕਰ ਬਹੁ ਨਰ ਨ ਸਮਝਿਆ। ਮਹਾਰਾਜ ਮੈਂ ਆਪ ਜੀ ਦੇ ਪਵਿੱਤਰ ਚਰਨਾਂ ਦੀ ਸ਼ਰਨ ਵਿੱਚ ਆ ਪਿਆ। ਮੈਨੂੰ ਬਹੁਤਿਆਂ ਨਰਾਂ ਨੇ ਜਿਹੜੇ ਮੇਰੇ ਅਨੁਯਾਈ ਸਨ ਜਾਂ ਸਰਹੰਦ ਸ਼ਹਿਰ ਵਿੱਚ ਤੁਹਾਡੇ ਤੇ ਸ਼ਰਧਾ ਭਾਵਨਾ ਰੱਖਣ ਵਾਲੇ ਨੇ, ਉਹਨਾਂ ਨੇ ਮੈਨੂੰ ਸਮਝਾ ਕੇ ਤੁਹਾਡੇ ਚਰਨਾਂ ਵਿੱਚ ਭੇਜਿਆ ਹੈ। ਕਿਰਪਾ ਕਰੋ ਉੱਚ ਰਹੋ ਤਥਾ ਜਿਮ ਰਹਿ ਨਿਕੇਤਾ। ਮਹਾਰਾਜ ਕਿਰਪਾ ਕਰੋ, ਉਸ ਤਰ੍ਹਾਂ ਦੇ ਬਚਨ ਉਚਾਰੋ ਕਿ ਸਾਡੇ ਘਰ ਨਾ ਉਜੜਨ, ਸਾਡੇ ਘਰ ਰਹਿ ਜਾਣ। ਜਿੱਥੇ ਅਸੀਂ ਰਹਿੰਦੇ ਹਾਂ ਜਾਂ ਜਿੱਥੇ ਮੇਰੇ ਚੇਲੇ ਰਹਿੰਦੇ ਨੇ, ਤੁਹਾਡੇ ਸ਼ਰਧਾਲੂ ਰਹਿੰਦੇ ਨੇ, ਮਹਾਰਾਜ ਜੀ ਕਿਰਪਾ ਕਰੋ ਵੀ ਉਹਨਾਂ ਦੇ ਘਰ ਨਾ ਉਜੜਨ, ਉਹ ਆਪਣੇ ਘਰਾਂ ਵਿੱਚ ਵਸਦੇ ਰਹਿਣ, ਐਸੀ ਕਿਰਪਾ ਕਰੋ। ਸੁਨੇ ਨਮਰ ਬਚ ਸਾਧ ਕੇ ਕਰ ਕਿਰਪਾ ਬਖਾਨਾ। ਜਦੋਂ ਦਿਆਲਪੁਰੀ ਜੀ ਨੇ ਬੜੀ ਬਨਿਮਰਤਾ ਨਾਲ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਕਿਰਪਾਲੂ ਦਿਆਲੂ ਸਤਿਗੁਰੂ ਜੀ ਨੇ ਇਹਦੀ ਬੇਨਤੀ ਸੁਣੀ। ਮਿਲਿਓ ਆਨ ਬਖਸ਼ਿਓ ਤੁਝੈ ਪਹੁੰਚੋ ਨਿਜ ਥਾਨਾ। ਮਹਾਰਾਜ ਜੀ ਕਹਿੰਦੇ, ਦਿਆਲਪੁਰੀ ਜੀ ਤੁਸੀਂ ਆ ਮਿਲੇ ਹੋ, ਤੁਸੀਂ ਬਖਸ਼ੇ ਗਏ ਹੋ। ਜਿਹੜਾ ਸਾਨੂੰ ਆ ਕੇ ਮਿਲ ਗਿਆ, ਸ਼ਰਨ ਵਿੱਚ ਆ ਗਿਆ, ਉਹ ਤਾਂ ਬਖਸ਼ਿਆ ਹੀ ਜਾਏਗਾ। ਤੁਸੀਂ ਆ ਮਿਲੇ ਹੋ, ਤੁਸੀਂ ਬਖਸ਼ੇ ਗਏ ਹੋ। ਜਾਓ ਹੁਣ ਆਪਣੇ ਡੇਰੇ ਵਿੱਚ, ਆਪਣੇ ਘਰ ਪਹੁੰਚੋ। ਚੜ ਕੋਠੇ ਪਰ ਖੜੇ ਹੋਏ ਲੈ ਸੰਖ ਬਜਾਵੋ। ਔਰ ਜਿਹੜੇ ਡੇਰੇ 'ਚ ਤੁਸੀਂ ਰਹਿੰਦੇ ਹੋ, ਉਹਦੀ ਛੱਤ ਤੇ ਚੜ ਕੇ, ਕੋਠੇ ਦੀ ਛੱਤ ਤੇ ਚੜ ਕੇ ਸੰਖ ਲੈ ਕੇ ਉਹ ਸੰਖ ਵਜਾਓ। ਜਹ ਜਹ ਤੇਰੀ ਸੇਵਕੀ ਤਹ ਤਿਨੈ ਸੁਨਾਵੋ। ਜਿੱਥੇ ਜਿੱਥੇ ਤੇਰੀ ਸੇਵਕੀ ਹੈ, ਜਿਹੜੇ ਤੈਨੂੰ ਮੰਨਦੇ ਨੇ ਜਾਂ ਜਿਹੜੇ ਸਾਡੇ ਸ਼ਰਧਾਲੂ ਨੇ, ਉਹਨਾਂ ਨੂੰ ਉਹ ਸੰਖ ਦੀ ਆਵਾਜ਼ ਸੁਣਾਈ ਦੇਵੇ। ਇਸ ਤਰੀਕੇ ਨਾਲ ਸੰਖ ਵਜਾਓ ਕਿ ਜਿੱਥੇ ਜਿੱਥੇ ਤੁਹਾਡੇ ਚੇਲੇ ਨੇ, ਤੁਹਾਡੇ ਅਨੁਯਾਈ ਨੇ, ਉਸ ਸ਼ੰਖ ਦੀ ਆਵਾਜ਼ ਨੂੰ ਸੁਣ ਲੈਣ। ਜਹ ਜਹ ਪਹੁੰਚੈ ਸੰਖ ਧੁਨ ਤਹ ਤਹ ਰਹਿ ਬਾਸਾ। ਜਿੱਥੇ ਜਿੱਥੇ ਉਸ ਸੰਖ ਦੀ ਆਵਾਜ਼ ਜਾਏਗੀ, ਉਹ ਸਾਰਾ ਇਲਾਕਾ ਸਰਹੰਦ ਦਾ ਵਸਦਾ ਰਹੇਗਾ, ਨਹੀਂ ਉਜੜੇਗਾ। ਇਹ ਬਚਨ ਗੁਰਦੇਵ ਨੇ ਕਹੇ।
ਬਾਕੀ ਸਾਰਾ ਸਰਹੰਦ ਉਜੜਨਾ, ਇਹਦੇ ਚ ਕੋਈ ਦੋ ਰਾਏ ਨਹੀਂ। ਪਰ ਤੁਸੀਂ ਆ ਮਿਲੇ ਹੋ, ਬਖਸ਼ੇ ਗਏ ਹੋ ਦਿਆਲਪੁਰੀ ਜੀ। ਡੇਰੇ ਤੇ ਜਾ ਕੇ ਕੋਠੇ ਦੀ ਛੱਤ ਤੇ ਚੜ੍ਹ ਕੇ ਸ਼ੰਖ ਵਜਾਓ। ਸ਼ੰਖ ਦੀ ਜਿੱਥੇ ਜਿੱਥੇ ਆਵਾਜ਼ ਜਾਏਗੀ ਉਹ ਨਗਰ ਸਰਹੰਦ ਦੇ, ਉਹ ਇਲਾਕਾ ਜਿਹੜਾ ਸਰਹੰਦ ਸ਼ਹਿਰ ਦਾ ਉਹ ਵਸਦਾ ਰਹੇਗਾ, ਨਹੀਂ ਉਜੜੇਗਾ। ਅਪਰਪੁਰੀ ਫਿਟਕਨ ਕਰੀ ਹੋਏ ਸੀਗਰ ਬਿਨਾਸ਼ਾ। ਬਾਕੀ ਸਾਰੀ ਨਗਰੀ ਦੇ ਉੱਤੇ ਫਿਟਕ ਪੈ ਗਈ ਆ ਗੁਰੂ ਦੀ, ਉਹਦਾ ਸ਼ੀਘਰਤਾਈ, ਬਸ ਛੇਤੀ ਨਾਲ ਹੀ ਵਿਨਾਸ਼ ਹੋਵੇਗਾ, ਛੇਤੀ ਹੋ ਨਗਰੀ ਉਜੜੇਗੀ। ਗਹਿਰੀ ਨੀਵ ਨਿਕੇਤ ਬੜ ਸਭ ਖਾਕ ਮਿਲੈਂਗੇ। ਆ ਜਿਹੜੀਆਂ ਗਹਿਰੀਆਂ ਗਹਿਰੀਆਂ ਨੀਹਾਂ ਪੁੱਟ ਕੇ ਉੱਚੇ ਉੱਚੇ ਕਿਲੇ ਬਣਾਏ ਨੇ ਨਾ ਸਰਹੰਦ ਸ਼ਹਿਰ 'ਚ, ਇਹਨੂੰ ਜੜੋਂ ਪੁੱਟ ਕੇ ਮੇਰਾ ਖਾਲਸਾ ਗਰਦ ਵਿੱਚ ਮਿਲਾ ਦੇਵੇਗਾ। ਇਹਨੂੰ ਜੜੋਂ ਪੁੱਟ ਕੇ, ਜਿਹੜੀਆਂ ਡੂੰਘੀਆਂ ਡੂੰਘੀਆਂ ਨੀਹਾਂ ਪੁੱਟੀਆਂ ਹੋਈਆਂ ਨੇ ਤੇ ਉੱਚੇ ਉੱਚੇ ਮਹਿਲ ਤੇ ਗੜੀਆਂ ਕਿਲੇ ਬਣਾਏ ਹੋਏ ਨੇ, ਇਹਨਾਂ ਨੂੰ ਪੁੱਟ ਕੇ ਮੇਰਾ ਖਾਲਸਾ ਗਰਦ ਵਿੱਚ ਮਿਲਾ ਦੇਵੇਗਾ। ਨਰ ਨਾਰੀ ਪੀਟੈ ਕਨੇ ਦੁਖ ਪਾਏ ਰੁਲੈਂਗੇ। ਔਰ ਇਹਨਾਂ ਦੇ ਜਿਹੜੇ ਨਰ ਨਾਰੀਆਂ ਨੇ ਉਹ ਵੀ ਦੁੱਖ ਪਾਉਣਗੇ, ਜਦੋਂ ਘਰ ਉਜੜਨਗੇ ਤੇ ਦੁਖੀ ਹੋਣਗੇ ਔਰ ਰੁਲਣਗੇ। ਜਹ ਬਾਜ਼ਾਰ ਤਹ ਹਲ ਫਿਰੈ ਮਮ ਪੰਥ ਉਜਾਰੈ। ਜਿੱਥੇ ਸਰਹੰਦ ਸ਼ਹਿਰ ਦੇ ਵੱਡੇ ਵੱਡੇ ਬਾਜ਼ਾਰ ਨੇ, ਸੋਹਣੇ ਸੋਹਣੇ ਬਾਜ਼ਾਰ ਨੇ, ਉਹਨਾਂ ਬਾਜ਼ਾਰਾਂ ਵਿੱਚ ਮੇਰੇ ਖਾਲਸੇ ਦੇ ਹਲ ਫਿਰਨਗੇ। ਉਹ ਬਾਜ਼ਾਰ ਉਜੜ ਜਾਣਗੇ ਔਰ ਉਹਨਾਂ ਬਾਜ਼ਾਰਾਂ ਦੇ ਵਿੱਚ ਹਲ ਫਿਰਨਗੇ, ਮੇਰਾ ਖਾਲਸਾ ਇਹ ਕਰਮ ਕਰੇਗਾ। ਤੁਰਤ ਤੁਰਕ ਕੋ ਗਰਕ ਕਰ ਲੂਟੈ ਅਰ ਮਾਰੈ। ਇਹ ਜਿੰਨੇ ਮਲੇਛ ਨੇ ਸਰਹੰਦ 'ਚ ਰਹਿਣ ਵਾਲੇ, ਇਹਨਾਂ ਨੂੰ ਤੁਰਤ ਫੁਰਤ ਮੇਰਾ ਖਾਲਸਾ ਗਰਕ ਕਰਕੇ ਇਹਨਾਂ ਦਾ ਰਾਜ ਨਿਬੇੜ ਦੇਵੇਗਾ। ਰਹਿ ਚਿੰਨ ਕਿਤ ਕਿਤ ਪਰੇ ਨਹਿ ਸਦਨ ਦਿਖਾਂਗੇ। ਕਿਤੇ ਕਿਤੇ ਸਰਹੰਦ ਨਗਰ ਦੀਆਂ ਨਿਸ਼ਾਨੀਆਂ ਰਹਿ ਜਾਣਗੀਆਂ, ਕਿਤੇ ਕਿਤੇ ਵੀ ਇੱਥੇ ਰਹਿੰਦਾ, ਇੱਥੇ ਕਿਤੇ ਸਰਹੰਦ ਵਸਦਾ ਸੀ, ਕਿਤੇ ਕਿਤੇ ਨਿਸ਼ਾਨੀਆਂ ਰਹਿ। ਹੁਣ ਜਿਹੜਾ ਸਰਹੰਦ ਸ਼ਹਿਰ ਵਸਦਾ ਇਹ ਬਾਅਦ ਵਿੱਚ ਵਸਿਆ ਤਕਰੀਬਨ। ਪੁਰਾਣਾ ਮਹੱਲਾ ਉੱਪਰਲੇ ਪਾਸੇ ਸਰਹੰਦ ਸ਼ਹਿਰ ਦੇ ਜਾਈਏ, ਪਰਲੀ ਬਾਈ ਵਾਲੇ ਪਾਸੇ ਫਤਿਹਗੜ੍ਹ ਸਾਹਿਬ ਤੋਂ ਪਰੇ ਨੂੰ, ਤਾਂ ਉਹ ਬਾਹੀ ਜਿਹੜੀ ਆ ਉਹ ਪੁਰਾਣੀ ਹੈ। ਬਾਕੀ ਇਧਰਲਾ ਸਾਰਾ ਹੀ ਸਰਹੰਦ ਖਾਲਸੇ ਨੇ ਉਜਾੜ ਦਿੱਤਾ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਰੱਖ ਲਿਆ ਸੀ, ਕੁਝ ਉਜਾੜ ਕੇ ਉਹਨਾਂ ਨੇ ਇੱਥੇ ਰਾਜ ਸਥਾਪਿਤ ਕਰ ਦਿੱਤਾ। ਬਾਅਦ ਵਿੱਚ ਦੁਬਾਰਾ ਖਾਲਸਾ ਆਇਆ, ਨਵਾਬ ਕਪੂਰ ਸਿੰਘ ਹੋਣਾ ਦਾ ਸਮਾਂ ਆਇਆ ਤੇ ਉਹਨਾਂ ਨੇ ਗੁਰੂ ਪਾਤਸ਼ਾਹ ਦੇ ਬਚਨਾਂ ਦੀ ਪਾਲਣਾ ਕਰਦਿਆਂ ਸਮੁਸਤ ਸਾਰਾ ਹੀ ਸਰਹੰਦ ਨਗਰ ਉਜਾੜ ਦਿੱਤਾ ਸੀ। ਪਾਤਸ਼ਾਹ ਕਹਿੰਦੇ ਵੀ ਕਿਤੇ ਕਿਤੇ ਹੀ ਨਿਸ਼ਾਨੀਆਂ ਰਹਿ ਜਾਣਗੀਆਂ। ਹੁਣ ਵੀ ਉਹ ਢਏ ਹੋਏ ਸਰਹੰਦ ਦੀਆਂ ਨਿਸ਼ਾਨੀਆਂ ਮਾੜੀਆਂ ਮੋਟੀਆਂ, ਕਿਤੇ ਉਹ ਛੋਟੀਆਂ ਸਰਹੰਦੀ ਇੱਟਾਂ ਬੜੀਆਂ ਪ੍ਰਸਿੱਧ ਨੇ। ਉਹ ਸਰਹੰਦੀ ਇੱਟਾਂ ਜਿਹੜੀਆਂ ਸਨ ਉਹ ਖਿੰਦਰੀਆਂ ਹੋਈਆਂ, ਹੁਣ ਵੀ ਕਿਤੇ ਨਾ ਕਿਤੇ ਮਿਲਦੀਆਂ ਹਨ। ਪਰੈ ਆਪਦਾ ਭੀਖਨਾ ਤਬ ਸਰਬ ਲਖਾਂਗੇ। ਕਹਿੰਦੇ ਜਦੋਂ ਭੀਖਨ ਭਿਆਨਕ ਆਪਦਾ ਇਸ ਨਗਰ ਤੇ ਆਣ ਪਵੇਗੀ, ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਸਾਡੇ ਕੋਲੋਂ ਕਿੱਡਾ ਵੱਡਾ ਜ਼ੁਲਮ ਹੋਇਆ ਹੈ। ਤੋ ਵਟਿਗਰ ਹੈ ਬਾਜ਼ਾਰ ਇੱਕ ਹੋਏ ਅਪਰ ਉਜਾਰਾ। ਦਿਆਲਪੁਰੀ ਜੀ, ਜਿਹੜਾ ਬਾਜ਼ਾਰ ਤੁਸੀਂ ਸੰਖ ਕਰਕੇ ਬਜਾ ਕੇ ਬਚਾਓਗੇ ਉਹੀ ਰਹਿ ਜਾਏਗਾ, ਬਾਕੀ ਸਾਰਾ ਸਰਹੰਦ ਉਜਾੜ ਦਿੱਤਾ ਜਾਏਗਾ। ਮਾਰ ਲੂਟ ਪਲਟਾਲ ਹੈ ਵੱਡ ਪੰਥ ਹਮਾਰਾ। ਔਰ ਸਾਡਾ ਖਾਲਸਾ ਮਾਰ ਕੁੱਟ ਕੇ ਪਲਟਾ ਲਵੇਗਾ। ਜਿਸ ਸੂਬੇ ਸਰਹੰਦ ਨੇ ਕੋ ਕਰਮ ਕੀਤਾ, ਇਹਨੂੰ ਮੇਰਾ ਖਾਲਸਾ ਸੋਧਾ ਲਾਵੇਗਾ। ਅੱਗੇ ਕਥਾ ਆਵੇਗੀ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦੇ ਨੂੰ ਵਹਿੜ ਕੇ ਬਲਦਾਂ ਪਿੱਛੇ ਘਸੀਟ ਕੇ, ਜਦੋਂ ਅਦਮ ਹੋਇਆ ਜਿਹਾ ਹੋ ਗਿਆ ਨਾ, ਸਾਹ ਨਿਕਲੇ ਨਹੀਂ ਸਨ, ਇਹਨੂੰ ਦਰਖਤ ਨਾਲ ਪੁੱਠਾ ਲਟਕਾ ਕੇ ਜਿਉਂਦੇ ਨੂੰ ਸਾੜ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਜਰਵਾਣੇ ਕੋਲੋਂ। ਇਹ ਸੂਰਮਿਆਂ ਦੀ ਕਿਰਤ ਹੁੰਦੀ ਹੈ। ਜਿਹੜੇ ਕਾਇਰ ਹੁੰਦੇ ਨੇ ਨਾ ਗੀਦੀ, ਉਹ ਕਹਿੰਦੇ ਨਾ ਜੀ ਅਸੀਂ ਬਦਲੇ ਵਾਲਾ ਕੰਮ ਨਹੀਂ ਕਰਦੇ। ਸੂਰਮਾ ਬਦਲਾ ਲੈਂਦਾ ਹੈ। ਜਿਹੜਾ ਸੂਰਮਾ ਹੁੰਦਾ, ਸੂਰਮਿਆਂ ਨੂੰ ਇਹੀ ਪਾਉਂਦਾ ਹੈ। ਸੰਤ ਬਿਰਤੀ ਕੁਝ ਹੋਰ ਕਹੇਗੀ, ਸੂਰਮੇ ਦੀ ਬਿਰਤੀ ਕੁਝ ਹੋਰ ਕਹੇਗੀ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮੇਰਾ ਖਾਲਸਾ ਇਹਨਾਂ ਜਰਵਾਣਿਆਂ ਨੂੰ ਸੋਧਾ ਲਾ ਕੇ ਇਹਨਾਂ ਦੀ ਕਰਨੀ ਦਾ ਫਲ ਇਹਨਾਂ ਨੂੰ ਦੇਵੇਗਾ। ਦਿਆਲਪੁਰੀ ਸੁਨ ਦਿਆਲ ਤੇ ਪੁਨ ਮਸਤਕ ਟੇਕਾ। ਜਦੋਂ ਦਿਆਲਪੁਰੀ ਜੀ ਨੇ ਕਲਗੀਧਰ ਦੇ ਬਚਨ ਸੁਣੇ, ਦਿਆਲੂ ਸਤਿਗੁਰ, ਵੇਖੋ ਕੈਸੀ ਤੁਕਬੰਦੀ। ਦਿਆਲਪੁਰੀ ਸੁਨ ਦਿਆਲ ਤੇ, ਦਿਆਲਪੁਰੀ ਮੰਤ ਦਾ ਨਾਂ ਆ ਤੇ ਦਿਆਲ ਗੁਰੂ ਕਲਗੀਧਰ ਜੀ ਨੇ।
ਉਹ ਵੀ ਦਿਆਲੂ ਨੇ। ਕਹਿੰਦੇ ਦਿਆਲਪੁਰੀ ਮਹੰਤ ਨੇ ਦਿਆਲੂ ਸਤਿਗੁਰਾਂ ਕੋਲੋਂ ਬਚਨ ਸੁਣ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ। ਧੰਨ ਗੁਰੂ ਪੂਰਨ ਪੁਰਖ ਤੁਮ ਜਲਦ ਬਿਬੇਕਾ। ਔਰ ਦਿਆਲਪੁਰੀ ਜੀ ਬੋਲੇ, ਆਖਿਆ ਧੰਨ ਹੋ ਸਤਿਗੁਰੂ ਜੀ, ਤੁਸੀਂ ਪੂਰਨ ਪੁਰਖ ਹੋ। ਜਲਦ ਬਿਬੇਕਾ, ਵਿਵੇਕ ਦੇ ਸਮੁੰਦਰ ਹੋ। ਵਿਵੇਕ ਨਾਮ ਹੁੰਦਾ ਵਿਚਾਰ ਦਾ। ਵਿਵੇਕ ਜਿੱਥੇ ਦਵੰਦ ਖਤਮ ਹੋ ਜਾਏ, ਇੱਕ ਦੀ ਬਿਰਤੀ ਰਹੇ, ਉਹਨੂੰ ਕਹਿੰਦੇ ਨੇ ਵਿਵੇਕ। ਮਹਾਰਾਜ ਤੁਸੀਂ ਵਿਵੇਕ ਦਾ ਸਮੁੰਦਰ ਹੋ। ਤਦੇ ਤੇ ਵਿਵੇਕ ਦੇ ਸਮੁੰਦਰ ਕੋਲੋਂ ਸਿੱਖ ਮੰਗਦੇ ਨੇ, ਹਾਰ ਭਰਿਓ ਸੁਆਮੀ ਕੈ ਦੁਆਰ, ਦੀਜੈ ਬੁੱਧ ਵਿਵੇਕਾ। ਵਿਵੇਕ ਦੀ ਬੁੱਧੀ ਦਾ ਦਾਨ ਬਖਸ਼ੋ। ਧੰਨ ਗੁਰੂ ਹਰਗੋਬਿੰਦ ਸਾਹਿਬ ਇੱਕ ਦਿਨ ਸ਼ਿਕਾਰ ਖੇਡ ਕੇ ਆਏ। ਗੁਰਦੁਆਰਾ ਰਾਮਸਰ ਸਾਹਿਬ ਦੇ ਲਾਗੇ ਬੈਠੇ, ਬਾਹਰ ਜੰਗਲ ਦਾ ਇਲਾਕਾ, ਕਰੀਰ ਨਾਲ ਘੋੜਾ ਬੱਧਾ ਹੋਇਆ, ਤੇ ਵਿਚਾਰ ਚੱਲ ਪਈ ਬ੍ਰਹਮ ਗਿਆਨ ਦੀ। ਬਾਬਾ ਬੁੱਢਾ ਸਾਹਿਬ ਜੈਸੇ ਬੜੇ ਬੜੇ ਆਤਮ ਗਿਆਨੀ ਸਿੱਖ ਬੈਠੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਤਾਂ ਵਿਵੇਕ ਸਰ ਹੋ ਗਿਆ, ਬਈ ਇੱਥੇ ਸਰੋਵਰ ਲਾਓ। ਸਰੋਵਰ ਲਵਾ ਕੇ ਉਸ ਸਰੋਵਰ ਦਾ ਨਾਮ ਰੱਖਿਆ ਵਿਵੇਕ ਸਰ। ਇਹਾਂ ਵਿਵੇਕੀ ਆਨ ਮੱਝਾਂਗੇ, ਬਚਨ ਕੀਤਾ ਵੱਡੇ ਵੱਡੇ ਵਿਵੇਕੀ ਪੁਰਸ਼ ਆ ਕੇ ਇੱਥੇ ਇਸ਼ਨਾਨ ਕਰਿਆ ਕਰਨਗੇ, ਵਿਵੇਕ ਕਰਿਆ ਕਰਨਗੇ। ਪੁਰਾਣੇ ਸਿੰਘਾਂ ਨੂੰ ਜਦੋਂ ਵਿਵੇਕ ਲੱਗਦਾ ਸੀ, ਆਪਾਂ ਤਨਖਾਹ ਵੀ ਕਹਿ ਦਿੰਦੇ ਆ, ਵਿਵੇਕ ਕਿਹਾ ਜਾਂਦਾ। ਵਿਵੇਕ ਲੱਗਣਾ ਕੋਈ ਮਾੜੀ ਮੋਟੀ ਕਮੀ ਪੇਸ਼ੀ ਦਾ, ਉਹਨਾਂ ਵਿਵੇਕ ਸਰ ਸਰੋਵਰ 'ਚ ਜਾ ਕੇ ਇਸ਼ਨਾਨ ਕਰਨਾ। ਇਹ ਸੰਕੇਤ ਨੇ ਵਿਵੇਕ ਦੇ। ਜਿੱਥੇ ਦਵੰਦ ਨਾ ਰਹੇ, ਇੱਕ ਦੀ ਬਿਰਤੀ ਹੋਵੇ, ਉਹਨੂੰ ਵਿਵੇਕ ਕਹਿੰਦੇ ਆ। ਕਲਗੀਧਰ ਸਵਾਮੀ ਜੀ ਜਲਦ ਵਿਵੇਕ, ਜਲਦ ਨਾਮ ਹੈ ਸਮੁੰਦਰ ਦਾ, ਵਿਵੇਕ ਦੇ ਸਮੁੰਦਰ ਹਨ। ਆਗਿਆ ਲੈ ਕਰ ਆਨੰਦ ਧਰ ਨਿਜ ਪੁਰ ਕੋ ਆਇਓ। ਦਿਆਲਪੁਰੀ ਜੀ ਨੇ ਸਤਿਗੁਰਾਂ ਕੋਲੋਂ ਆਗਿਆ ਲਈ, ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ। ਭਰੋਸਾ ਵੇਖੋ ਹੋਵੇਗਾ ਕਿੰਨਾ ਪੱਕਾ, ਵੀ ਪਹਿਲਾਂ ਹਾਲੇ ਕਿ ਸਰਹੰਦ ਵਸਦਾ, ਪਰ ਇੰਨਾ ਪਤਾ ਵੀ ਗੁਰੂ ਜੀ ਨੇ ਬਚਨ ਕੀਤਾ ਤੂੰ ਜੜੇਗਾ। ਹੁਣ ਬਚਨ ਹੋਇਆ ਵੀ ਉਹ ਮਹੱਲਾ ਬਸ ਜਾਏਗਾ ਜਿੱਥੇ ਤੁਸੀਂ ਸ਼ੰਖ ਪੂਰੋਗੇ, ਆਵਾਜ਼ ਜਾਏਗੀ ਜਿੱਥੇ ਜਿੱਥੇ। ਹੁਣ ਵੀ ਭਰੋਸਾ ਵੀ ਜੇ ਗੁਰੂ ਸਾਹਿਬ ਨੇ ਕਿਹਾ ਤੇ ਪੂਰਾ ਹੋਵੇਗਾ। ਤੋ ਬੜੇ ਆਨੰਦ ਵਿੱਚ ਦਿਆਲਪੁਰੀ ਜੀ ਵਾਪਸ ਸਰਹੰਦ ਆਏ ਹਨ। ਚੜ ਕੋਠੇ ਪਰ ਊਚ ਧੁਨ ਲੈ ਸ਼ੰਖ ਵਜਾਇਓ। ਔਰ ਦਿਆਲਪੁਰੀ ਜੀ ਜਦੋਂ ਆਏ, ਆਪਣੇ ਘਰ ਦੇ ਕੋਠੇ ਦੀ ਛੱਤ ਤੇ ਚੜ ਕੇ ਉੱਚੇ ਥਾਂ ਤੇ ਸ਼ੰਖ ਲਿਆ। ਔਰ ਜਦੋਂ ਸ਼ਾਂਤੀ ਜੀ ਦਾ ਮਾਹੌਲ ਹੁੰਦਾ, ਸ਼ਾਮ ਜੇ ਦਾ ਜਾਂ ਸਵੇਰ ਦਾ, ਉਸ ਵੇਲੇ ਉਹ ਸ਼ੰਖ ਲਿਆ ਤੇ ਸ਼ੰਖ ਵਜਾਇਆ ਪੂਰਿਆ। ਜਹ ਜਹ ਨਰ ਜਿਤ ਗਿਤ ਸੁਨੀ ਸੋ ਅਬ ਲੋ ਬਾਸਾ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿੱਥੇ ਜਿੱਥੇ ਜਿਸ ਜਿਸ ਨਰ ਨੇ ਉਹ ਸ਼ੰਖ ਦੀ ਆਵਾਜ਼ ਸੁਣੀ, ਭਾਈ ਸਾਹਿਬ ਕਹਿੰਦੇ ਉਹ ਲੋਕ ਹਾਲੇ ਵੀ ਸਰਹੰਦ ਸ਼ਹਿਰ 'ਚ ਉਸੇ ਤਰ੍ਹਾਂ ਵਸਦੇ। ਜਿਸ ਜਿਸ ਜਗ੍ਹਾ ਤੇ, ਜਿੱਥੇ ਜਿੱਥੇ, ਜਿਸ ਜਿਸ ਮਹੱਲੇ ਵਿੱਚ ਜਿਸ ਜਿਸ ਨੇ ਵੀ ਉਹ ਸ਼ੰਖ ਦੀ ਆਵਾਜ਼ ਸੁਣੀ, ਉਹ ਸ਼ੰਖ ਕੀ ਸੀ? ਉਹ ਤਾਂ ਕਲਗੀਧਰ ਦੀ ਸਿਫਤ ਦਾ ਨਾਦ ਸੀ। ਜਿਸ ਨੇ ਵੀ ਸੁਣਿਆ, ਕਹਿੰਦੇ ਉਹ ਲੋਕ ਸਰਹੰਦ ਸ਼ਹਿਰ 'ਚੋਂ ਮਹੱਲਾ ਹੁਣ ਵੀ ਵਸਦਾ, ਉਸੇ ਤਰ੍ਹਾਂ ਹੀ ਵਸਦੇ ਨੇ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਕਈ ਕੌਸਲੋ ਪੁਰ ਬਡੋ ਗੁਰ ਸਰਾਪ ਬਿਨਾਸ਼ਾ। ਹੁਣ ਤਾਂ ਛੋਟਾ ਜਿਹਾ ਸ਼ਹਿਰ ਹੈ ਨਾ, ਇਹ ਪਹਿਲਾਂ ਬੜਾ ਵੱਡਾ ਸਰਹੰਦ ਸ਼ਹਿਰ ਸੀ, ਕਈ ਕੋਹਾਂ ਤੱਕ ਇਹ ਫੈਲਿਆ ਹੋਇਆ ਸੀ। ਭਾਈ ਸਾਹਿਬ ਕਹਿੰਦੇ ਨੂੰ 52 ਸਰਹੰਦ ਕਹਿੰਦੇ ਸੀ, 52 ਪਰਗਣੇ ਦੇ ਅਧੀਨ ਸੀ। ਬੜਾ ਵੱਡਾ ਇੱਕ ਪ੍ਰਕਾਰ ਦੀ ਸੂਬਾ ਹੀ ਕਹਿ ਸਕਦੇ ਆ, ਵੀ ਸੂਬਾ ਹੀ ਸੀ, ਇਹ ਵੱਖਰੀ ਸਟੇਟ ਸੀ ਇੱਕ ਪ੍ਰਕਾਰ ਦੀ। ਉਧਰ ਲਾਹੌਰ ਸੀ, ਇੱਧਰ ਇਹ ਸਰਹੰਦ ਸੀ। ਤੋ ਬੜੇ ਕੋਹਾਂ ਤੱਕ ਫੈਲਿਆ ਹੋਇਆ ਸੀ। ਤੇ ਕਹਿੰਦੇ ਗੁਰੂ ਸਾਹਿਬ ਦੇ ਸਰਾਪ ਨਾਲ, ਮਹਾਰਾਜ ਜੀ ਦੇ ਬਚਨਾਂ ਨਾਲ
ਇਹ ਸਿਮਟ ਗਿਆ, ਬਿਨਸ ਗਿਆ। ਪਹੁੰਚੀ ਸੁਧ ਤੁਰ ਕਾਨ ਟਿਗ ਗੁਰ ਸ਼ਰਾਪ ਉਚਾਰਾ। ਉਧਰ ਤੁਰਕਾਂ ਕੋਲ ਵੀ ਇਹ ਖਬਰ ਪਹੁੰਚੀ, ਜਿਹੜੇ ਤੁਰਕ ਰਹਿੰਦੇ ਸੀ ਇੱਥੇ ਸਰਹੰਦ 'ਚ, ਕਿ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਸਰਹੰਦ ਦੇ ਉਜੜਨ ਦਾ ਬਚਨ ਕੀਤਾ। ਅਬ ਕਾਂਗੜਪੁਰ ਥਿਰ ਭਏ ਕਰ ਜੰਗ ਅਖਾਰਾ। ਉਹਨਾਂ ਨੂੰ ਖਬਰ ਹੋਈ ਕਿ ਗੁਰੂ ਸਾਹਿਬ ਸਾਡੇ ਨਾਲ ਜੰਗ ਦੇ ਅਖਾੜੇ ਕਰਕੇ ਇਸ ਵੇਲੇ ਕਾਂਗੜ ਨਗਰ ਵਿੱਚ, ਦੀਨੇ ਕਾਂਗੜ ਵਿੱਚ ਜਾ ਕੇ ਟਿਕੇ ਹੋਏ ਨੇ। ਕਈ ਲੱਖ ਦਲ ਸੁਭਾਟ ਮੈਂ ਕਰ ਕੈ ਘਮਸਾਨਾ। ਜਿਨ੍ਹਾਂ ਨੇ ਕਈ ਲੱਖਾਂ ਦੀ ਗਿਣਤੀ ਵਿੱਚ ਸਾਡੇ ਸੂਰਮੇ ਘਮਾਸਾਨ ਕਰਕੇ ਜੰਗ 'ਚ ਮਾਰੇ ਨੇ। ਪਰਿਓ ਸ਼ੋਕ ਸਭ ਦੇਸ਼ ਮਹਿ ਲੱਖੋ ਰਿਪਹਾਨਾ। ਔਰ ਸਾਰੇ ਦੇਸ਼ ਵਿੱਚ ਸ਼ੋਕ ਦੀ ਲਹਿਰ ਹੈ। ਸਾਡੇ ਇੰਨੇ ਜਿਹੜੇ ਸੂਰਮੇ ਨੇ ਉਹ ਗੁਰੂ ਜੀ ਨੇ ਜੰਗ ਦੇ ਮੈਦਾਨ 'ਚ ਮਾਰੇ ਨੇ, ਉਹਨਾਂ ਦੇ ਘਰਾਂ ਵਿੱਚ ਹੁਣ ਤਾਈਂ ਕੀਰਨੇ ਪੈ ਰਹੇ ਨੇ। ਥੇਰਿਓ ਨਿਕਟ ਬਿਨ ਤਰਾਸ ਹੋਇ ਜਾਟਨ ਕੇ ਗ੍ਰਾਮਾ। ਕਹਿੰਦੇ ਬਿਨਾਂ ਡਰ ਤੋਂ, ਮਨ 'ਚ ਕੋਈ ਭੈ ਨਹੀਂ, ਤੇ ਜੱਟਾਂ ਦੇ ਪਿੰਡ 'ਚ ਦੀਨੇ ਕਾਂਗੜ ਜਾ ਕੇ ਠਹਿਰੇ ਹੋਏ, ਰੁਕੇ ਹੋਏ ਨੇ। ਦੁਰਗ ਨਹੀਂ ਸੈਨਾ ਨਹੀਂ ਧਨ ਨਾਹੇ ਨਾ ਧਾਮਾ। ਨਾ ਕੋਲ ਕਿਲਾ ਹੈ, ਨਾ ਕੋਲ ਸੈਨਾ ਹੈ, ਨਾ ਹੀ ਕੋਈ ਆਪਣਾ ਘਰ ਘਾਟ ਹੈ। ਇਸ ਵੇਲੇ ਇੱਕ ਪ੍ਰਕਾਰ ਨਾਲ ਬਿਲਕੁਲ ਉਜਾੜ ਤੇ ਬੈਠੇ ਨੇ ਨਾ। ਆਪਣਾ ਘਰ ਨਹੀਂ ਹੈ, ਆਪਣੀ ਸੈਨਾ ਨਹੀਂ ਹੈ ਕੋਲ, ਨਾ ਹੀ ਕੋਈ ਉਹਨਾਂ ਕੋਲ ਇਸ ਵੇਲੇ ਕੋਈ ਧਨ ਦਾ ਖਜ਼ਾਨਾ ਹੈ। ਸੁਨ ਕੈ ਖਾਨ ਵਜੀਦ ਤਬ ਲਿਖ ਪੱਤਰ ਪਠਾਵਾ। ਵਜੀਦੇ ਨੂੰ ਜਦੋਂ ਪਤਾ ਲੱਗਾ ਇਹ ਕਰੂਰ ਕਰਮੀਏ ਨੇ, ਉਸੇ ਵੇਲੇ ਇੱਕ ਚਿੱਠੀ ਲਿਖ ਕੇ ਸਤਿਗੁਰਾਂ ਵੱਲ ਭੇਜੀ, ਚੌਧਰੀ ਸ਼ਮੀਰ ਹੋਣਾ ਵੱਲ ਭੇਜੀ। ਭੋ ਲਖਮੀਰ ਸ਼ਮੀਰ ਤੂੰ ਉਰ ਡਰ ਨਹਿ ਪਾਵਾ। ਚਿੱਠੀ 'ਚ ਲਿਖ ਕੇ ਭੇਜਿਆ ਸੂਬੇ ਵਜੀਦੇ ਨੇ, ਕਹਿੰਦਾ ਉਹ ਲਖਮੀਰ ਤੇ ਸ਼ਮੀਰ, ਤੁਹਾਡੇ ਮਨ 'ਚ ਡਰ ਨਹੀਂ ਸਾਡਾ? ਤੁਸੀਂ ਸਾਡੇ ਰਾਜ ਦੇ ਵਿੱਚ ਸਾਡੇ ਕੋਲੋਂ ਰਾਜ ਪ੍ਰਾਪਤ ਕਰਕੇ ਚੌਧਰੀ ਪੁਣਾ ਕਰਦੇ ਹੋ, ਸਾਨੂੰ ਤੁਸੀਂ ਮਾਮਲਾ ਤਾਰਦੇ ਹੋ, ਤੇ ਤੁਸੀਂ ਸਾਡੇ ਨੇੜੇ ਹੋ ਕੇ ਸਾਡੀ ਬਗਾਵਤ ਕਰਦੇ ਹੋ। ਤੁਹਾਡੇ ਮਨ 'ਚ ਸਾਡਾ ਡਰ ਨਹੀਂ। ਪਾਤਸ਼ਾਹੀ ਬੰਦਾ ਤੁਹੀ ਗੁਰ ਦੁਸ਼ਮਨ ਸ਼ਾਹੂ। ਔਰ ਤੁਸੀਂ ਪਾਤਸ਼ਾਹੀ ਬੰਦੇ ਹੋ, ਯਾਨੀ ਕਿ ਸਾਡੇ ਗੁਲਾਮ ਹੋ ਇੱਕ ਪ੍ਰਕਾਰ ਦੇ। ਤੇ ਉਧਰ ਗੁਰੂ ਸਾਹਿਬ ਜਿਹੜੇ ਨੇ ਉਹ ਪਾਤਸ਼ਾਹ ਦੇ ਖਿਲਾਫ ਬਾਗੀ ਨੇ। ਤੁਸੀਂ ਪਾਤਸ਼ਾਹੀ ਬੰਦੇ ਹੋ ਤੇ ਗੁਰੂ ਸਾਹਿਬ ਪਾਤਸ਼ਾਹ ਦੇ ਖਿਲਾਫ ਨੇ, ਤੁਸੀਂ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ। ਕਹਿ ਦੀਜੈ ਹਮ ਕੋਇ ਬੈ ਬੈਠਿਓ ਤੁਮ ਪਾਹੂ। ਤੇ ਜਿਹੜਾ ਇਹ ਬੰਦਾ ਤੁਹਾਡੇ ਕੋਲ ਆ ਕੇ ਬੈਠਾ, ਇਹਨਾਂ ਨੂੰ ਤੁਸੀਂ ਸਾਡੇ ਹਵਾਲੇ ਕਰ ਦਿਓ, ਇਹਨਾਂ ਨੂੰ ਤੁਸੀਂ ਪਕੜ ਕੇ ਸਾਡੇ ਕੋਲ ਲੈ ਆਓ। ਨਾਹੇ ਤਪ ਕਰੈ ਸਬਨ ਕੋ ਦੇ ਦੰਡ ਸਜਾਈ। ਤੇ ਨਹੀਂ ਤਾਂ ਅਸੀਂ ਆ ਕੇ ਫੜਾਂਗੇ ਤੁਹਾਨੂੰ, ਆ ਕੇ ਫੜ ਕੇ ਤੁਹਾਨੂੰ ਦੰਡ ਦੇਾਂਗੇ, ਸਜ਼ਾ ਦੇਵਾਂਗੇ। ਲਸ਼ਕਰ ਆਵੈ ਉਮੜ ਕੈ ਕਰ ਲਿਓ ਤਕਰਾਈ। ਸਾਡੇ ਕੋਲੋਂ ਫਿਰ ਲਸ਼ਕਰ ਆਵੇਗਾ ਉਮੜ ਕੇ, ਜੇ ਨਹੀਂ ਮੰਨੀ ਗੱਲ ਤੇ ਫਿਰ ਤਕੜੇ ਤਗੜੇ ਹੋ ਜਾਓ, ਕਿਉਂਕਿ ਜੇ ਸਾਡੀ ਗੱਲ ਨਾ ਮੰਨੀ ਤੇ ਅਸੀਂ ਤੁਹਾਡੇ ਤੇ ਹਮਲਾ ਕਰਾਂਗੇ। ਭਲਾ ਚਾਹੈ ਗਹਿ ਲੀਜੀਐ ਕਿਤਨਹਿ ਚੱਲ ਜਾਈ। ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਗੁਰੂ ਜੀ ਨੂੰ ਪਕੜ ਲਓ, ਪਕੜ ਕੇ ਰੱਖੋ, ਅਸੀਂ ਆ ਜਾਂਦੇ ਆ। ਉਹਨਾਂ ਨੂੰ ਕਿਤੇ ਜਾਣ ਨਾ ਦਿਓ ਤੇ ਤੁਹਾਡੀ ਬੰਦ ਖਲਾਸੀ ਹੋਵੇਗੀ। ਸੁਨ ਲਖਮੀਰ ਸ਼ਮੀਰ ਤਬ ਸਭ ਗਾਥ ਸੁਣਾਈ। ਜਦੋਂ ਚੌਧਰੀ ਸ਼ਮੀਰ ਤੇ ਲਖਮੀਰ ਨੇ ਚਿੱਠੀ ਪੜ੍ਹੀ, ਪੜ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕਰਕੇ ਦੱਸਿਆ, ਹਮਰੇ ਇਹ ਗੁਰ ਪੀਰ ਹੈ ਵਿਚਰਤ ਚੱਲ ਆਏ। ਜਵਾਬ ਦਿੱਤਾ ਚਿੱਠੀ ਦਾ, ਆਖਿਆ ਉਹ ਸੂਬਾ ਸਰਹੰਦ ਸੁਣ, ਇਹ ਸਾਡੇ ਗੁਰੂ ਪੀਰ ਹਨ, ਤੁਹਾਡੇ ਵਾਸਤੇ ਹੋਣਗੇ ਵੀ ਇਹ ਬਾਦਸ਼ਾਹ ਦੇ ਬਗਾਵਤ ਕਰਨ ਵਾਲੇ ਬਾਗੀ ਨੇ, ਤੁਹਾਡੇ ਬਾਗੀ ਨੇ, ਪਰ ਸਾਡੇ ਵਾਸਤੇ ਸਾਡੇ ਗੁਰੂ ਪੀਰ ਨੇ, ਔਰ ਵਿਚਰਦਿਆਂ ਹੋਇਆਂ ਸਾਡੇ ਵੱਲ ਆਏ ਹਨ। ਕਿਮਨਹਿ ਠਾਨਹਿ ਸੇਵਕੋ ਜਿਨ ਤੇ ਗਤ ਪਾਏ। ਅਸੀਂ ਉਹਨਾਂ ਦੀ ਸੇਵਾ ਕਿਉਂ ਨਾ ਕਰੀਏ, ਜਿਨ੍ਹਾਂ ਦੀ ਸੇਵਾ ਕੀਤਿਆਂ ਸਾਨੂੰ ਮੁਕਤੀ ਮਿਲਣੀ ਹੈ। ਜਿਨ੍ਹਾਂ ਦੀ ਸੇਵਾ ਕੀਤਿਆਂ ਅਸੀਂ ਮੁਕਤ ਹੋਣਾ ਹੈ, ਅਸੀਂ ਉਹਨਾਂ ਦੀ ਸੇਵਾ ਕਿਉਂ ਨਾ ਕਰੀਏ। ਤੁਮ ਆਪਣੀ ਦਿਸ਼ ਦੇਖੀਏ ਪੀਰਨ ਕੋ ਸੇਵੇ। ਤੁਸੀਂ ਆਪਣੇ ਵੱਲ ਵੇਖੋ, ਤੁਸੀਂ ਵੀ ਤਾਂ ਆਪਣੇ ਪੀਰਾਂ ਦੀ ਸੇਵਾ ਕਰਦੇ ਹੋ। ਤੁਹਾਡੇ ਜਿਹੜੇ ਪੀਰ ਨੇ ਤੁਸੀਂ ਵੀ ਤਾਂ ਉਹਨਾਂ ਨੂੰ ਸੇਵਦੇ ਹੋ। ਸਾਡੇ ਪੀਰ ਨੇ, ਅਸੀਂ ਇਹਨਾਂ ਦੀ ਸੇਵਾ ਕਰਾਂਗੇ। ਘਰ ਰਾਖੋ ਪਾਖੋ ਮਰਦੁਲ ਸਭ ਕੁਛ ਪੁੰਨ ਦੇਵੋ। ਤੁਸੀਂ ਵੀ ਆਪਣੇ ਪੀਰਾਂ ਨੂੰ ਸੇਵਦੇ ਹੋ। ਜਿਹੜੇ ਤੁਹਾਡੇ ਪੀਰ ਨੇ ਮੁਸਲਮਾਨਾਂ 'ਚ,
ਉਹਨਾਂ ਨੂੰ ਆਪਣੇ ਘਰ ਰੱਖਦੇ ਹੋ, ਉਹਨਾਂ ਦੀ ਸੇਵਾ ਕਰਦੇ ਹੋ, ਉਹ ਜੋ ਕਹਿੰਦੇ ਨੇ ਤੁਸੀਂ ਮੰਨਦੇ ਹੋ। ਕਹਿ ਭੇਜਿਓ ਤਿਨ ਪਾਸ ਇਮ ਪਠ ਮਾਨਵ ਰਾਖਾ। ਏਦਾਂ ਚੌਧਰੀ ਸ਼ਮੀਰ ਜੀ ਨੇ ਚਿੱਠੀ ਦਾ ਜਵਾਬ ਸੂਬੇ ਸਰਹੰਦ ਨੂੰ ਵਾਪਸ ਭੇਜਿਆ, ਇੱਕ ਬੰਦਾ ਭੇਜ ਕੇ। ਚੜ੍ਹੈ ਸੈਨ ਤੋ ਦੇਹ ਸੁਧ ਸਵਧਾਨੀ ਭਾਖਾ। ਨਾਲ ਆਪਣਾ ਇੱਕ ਜਸੂਸ ਵੀ ਭੇਜ ਦਿੱਤਾ ਵੀ ਖਿਆਲ ਰੱਖੀ ਉਧਰ ਸਰਹੰਦ ਜਦੋਂ ਫੌਜ ਚੜ ਕੇ ਆਵੇ ਤੂੰ ਆ ਕੇ ਸਾਨੂੰ ਖਬਰ ਦੇਣੀ ਕਿ ਫੌਜਾਂ ਆ ਗਈਆਂ ਨੇ ਚੜ ਕੇ, ਕਿਉਂਕਿ ਹੁਣ ਇਹ ਸਾਡੀ ਚਿੱਠੀ ਪੜ੍ਹ ਕੇ ਉਹਨਾਂ ਨੇ ਤਿਆਰੀ ਕਰਨੀ ਹੈ ਉਧਰੋਂ ਚੜ੍ਹਾਈ ਦੀ। ਤੇ ਤੂੰ ਇਹ ਖਿਆਲ ਰੱਖਣਾ ਕਿ ਜਦੋਂ ਸੂਬੇ ਸਰਹੰਦ ਦੀ ਫੌਜ ਚੜ ਕੇ ਆਵੇ ਤੇ ਸਾਨੂੰ ਖਬਰ ਦੇਣੀ ਹੈ। ਇਤ ਸਤਿਗੁਰ ਸਵਧਾਨ ਹੋਏ ਚਾਕਰ ਗਨ ਰਾਖੇ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਪੂਰੇ ਸਾਵਧਾਨ ਹੋ ਗਏ। ਪਤਾ ਲੱਗਾ ਮਹਾਰਾਜ ਜੀ ਨੇ ਬਹੁਤ ਸਾਰੇ ਚਾਕਰ ਨੌਕਰੀ ਤੇ ਆਪਣੇ ਕੋਲ ਰੱਖ ਲਏ। ਪੈਦਲ ਗਨ ਅਸਵਾਰ ਹੈ ਰਿਪਸਨ ਰਣ ਕਾਂਖੇ। ਪੈਦਲ ਸੂਰਮੇ, ਘੋੜ ਸਵਾਰ, ਘੋੜੇ ਵੀ ਖਰੀਦਣੇ ਮਹਾਰਾਜ ਜੀ ਨੇ ਸ਼ੁਰੂ ਕਰ ਦਿੱਤੇ। ਵੇਖੋ ਕਿਤਨੀ ਸੂਰਬੀਰਤਾ ਸੀ ਮਹਾਰਾਜ ਕਲਗੀਧਰ। ਸਭ ਕੁਝ ਲੁਟਾ ਕੇ ਆ ਗਏ ਨੇ, ਕੁਝ ਨਹੀਂ, ਰੜੇ ਮੈਦਾਨ ਤੇ ਆ ਕੇ ਬੈਠੇ ਨੇ। ਦੁਬਾਰਾ ਨਵੇਂ ਸਿਰਿਓਂ ਫੇਰ ਫੌਜਾਂ ਵੀ ਤਿਆਰ ਕਰ ਰਹੇ ਨੇ, ਘੋੜੇ ਵੀ ਖਰੀਦ ਰਹੇ ਨੇ, ਜੰਗੀ ਸਮਾਨ ਵੀ ਖਰੀਦ ਰਹੇ ਨੇ, ਤਿਆਰੀ ਫੇਰ ਹੋ ਰਹੀ ਹੈ। ਇਹਨੂੰ ਕਹਿੰਦੇ ਆ ਕਮਾਲ। ਕਲਗੀਧਰ ਦੇ ਨਾਲ ਨਕਸ਼ੇ ਕਦਮਾਂ ਤੇ ਖਾਲਸਾ ਚੱਲਦਾ ਰਿਹਾ। ਸਿਮਟ ਜਾਂਦੇ ਰਹੇ ਨੇ ਸਿੰਘ, ਮੁੜ ਕੇ ਫਿਰ ਤਿਆਰੀ ਕਰਨੀ, ਫਿਰ ਨਵੇਂ ਸਿਰਿਓਂ। ਵੱਡਾ ਘੱਲੂਘਾਰਾ ਫਰਵਰੀ ਚ ਲੰਘ ਕੇ ਗਿਆ। ਤਕਰੀਬਨ ਸਮਾਪਤੀ ਵਾਲੀ ਗੱਲ ਹੀ ਹੋ ਗਈ ਸੀ। ਵੱਡੇ ਵੱਡੇ ਜਰਨੈਲ ਚੜ੍ਹਤ ਸਿੰਘ ਵਰਗੇ, ਜੱਸਾ ਸਿੰਘ ਆਹਲੂਵਾਲੀਆ ਸਾਹਿਬ ਵਰਗੇ ਜ਼ਖਮੀ ਹੋ ਗਏ। ਹਲੇ ਅਬਦਾਲੀ ਘੱਲੂਘਾਰਾ ਕਰਕੇ ਅੰਮ੍ਰਿਤਸਰ ਸਾਹਿਬ ਨਹੀਂ ਸੀ ਟੱਪਿਆ ਤੇ ਇੰਨੇ ਨੂੰ ਸਿੰਘ ਆਪਣੇ ਪਰਿਵਾਰਾਂ ਨੂੰ ਇਧਰ ਮਾਲਵੇ ਚ ਛੱਡ ਕੇ ਦੁਬਾਰਾ ਫਿਰ ਕਮਰ ਕੱਸੇ ਕਰਕੇ ਜਾ ਅਬਦਾਲੀ ਨੂੰ ਘੇਰਾ ਪਾਇਆ ਅੰਮ੍ਰਿਤਸਰ। ਉਹ ਸਰੋਵਰ ਪੂਰ ਕੇ ਚੱਲਿਆ ਸੀ। ਅਬਦਾਲੀ ਤਾਂ ਨਿਕਲ ਗਿਆ, ਲੜਕਾ ਉਹਦਾ ਉੱਥੇ ਰਹਿ ਗਿਆ। ਉਹਦੇ ਹੀ ਜਿਹੜੇ ਸਿਪਾਹੀ ਸਰੋਵਰ ਪੂਰਨ ਵਾਲੇ ਸੀ ਉਹਨਾਂ ਕੋਲੋਂ ਹੀ ਦੁਬਾਰਾ ਸਰੋਵਰ ਚੋਂ ਗਾਰ ਕਢਾ ਕੇ ਸੇਵਾ ਕਰਵਾਈ। ਇਹ ਆ ਗੁਰੂ ਕਾ ਖਾਲਸਾ। ਗੁਰੂ ਕੈਸੇ ਨੇ, ਫਿਰ ਅੱਗੋਂ ਉਹਨਾਂ ਦੇ ਪੁੱਤਰ ਕੈਸੇ ਨੇ, ਇਨ ਬਿਨ ਉਹਨਾਂ ਵਰਗੇ। ਸਤਿ ਸ੍ਰੀ ਅਕਾਲ। ਰੰਚਕ ਭਰ ਵੀ ਭੇਦ ਨਹੀਂ, ਫਰਕ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਤਿਆਰੀ ਕਰਾ ਰਹੇ ਨੇ, ਫੌਜਾਂ ਭਰਤੀ ਕਰ ਰਹੇ ਨੇ, ਨਵੇਂ ਸਿਰਿਓਂ ਘੋੜੇ ਖਰੀਦ ਰਹੇ ਨੇ, ਜੰਗੀ ਸਮਾਨ ਜੋ ਚਾਹੀਦਾ ਉਹ ਖਰੀਦ ਰਹੇ ਨੇ। ਤਿਸੀ ਚੁਬਾਰੇ ਗੁਰ ਥਿਰੇ ਰਹਿ ਸਹਿਜ ਸੁਭਾਉ। ਇੱਕ ਚੁਬਾਰੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਟਿਕਾ ਦੀਨੇ ਨਗਰ ਵਿੱਚ ਸਹਿਜ ਸੁਭਾਏ ਮਹਾਰਾਜ ਜੀ ਬੈਠਦੇ ਹਨ। ਕਹੈ ਕਰਦ ਕੋ ਕਰ ਬਿਖੈ ਅੰਗੂਰੀ ਖੁਰਚਾਉ। ਮਹਾਰਾਜ ਜੀ ਨਾ ਸੁਭਾਵਕ ਬੈਠਿਆਂ ਬੈਠਿਆਂ ਇੱਕ ਖੇਡ ਕਰਦੇ ਕਲਗੀਧਰ ਲੀਲਾ। ਕਰਦ ਹੁੰਦੀ ਸਤਿਗੁਰਾਂ ਨਾ ਮਿਆਨ ਚੋਂ ਕਰਦ ਕੱਢ ਲੈਣੀ ਤੇ ਉਹ ਕਰਦ ਦੇ ਨਾਲ ਏਦਾਂ ਉਂਗਲੀ ਨੂੰ ਸਤਿਗੁਰੂ ਜੀ ਨੂੰ ਹੌਲੇ ਹੌਲੇ ਕੁਰੇਦਣ ਲੱਗ ਪੈਣਾ, ਸਹਿਜ ਸਹਿਜ। ਕਈ ਵਾਰੀ ਤੀਰ ਫੜ ਲੈਣਾ ਤੇ ਤੀਰ ਦੀ ਮੁਖੀ ਨਾਲ ਏਦਾਂ ਉਂਗਲੀ ਨੂੰ ਕੁਰੇਦੀ ਜਾਣਾ, ਤੇ ਕਈ ਵਾਰੀ ਕਰਦ ਕੱਢ ਲੈਣੀ ਤੇ ਕਰਦ ਦੇ ਨਾਲ ਏਦਾਂ ਪਾਤਸ਼ਾਹ ਨੇ ਉਂਗਲੀ ਨੂੰ ਹੌਲੇ ਹੌਲੇ ਕੁਰੇਦਦੇ ਰਹਿਣਾ। ਇੱਕ ਦਿਨ ਥਿਰ ਲਖਮੀਰ ਢਿਗ ਬੋਲਿਓ ਕਰ ਬੰਦੇ। ਜਦੋਂ ਸਤਿਗੁਰੂ ਜੀ ਨੇ ਇਸੇ ਲੀਲਾ ਦੇ ਨਾਲ ਉਂਗਲੀ ਨੂੰ ਕੁਰੇਦਣਾ ਤੇ ਇੱਕ ਦਿਨ ਲਖਮੀਰ ਜੀ ਮਹਾਰਾਜ ਜੀ ਦੇ ਕੋਲ ਬੈਠੇ। ਕਲਗੀਧਰ ਪਾਤਸ਼ਾਹ ਜੀ ਦੀ ਉਂਗਲੀ ਵਿੱਚੋਂ ਨਾ ਥੋੜਾ ਥੋੜਾ ਖੂਨ ਵੀ ਸਿੰਮਣ ਲੱਗ ਪਿਆ ਤੇ ਉਹ ਕੋਲੋਂ ਬੋਲਿਆ, ਕਹਿਣ ਲੱਗਾ, ਅੰਗੁਲੀ ਛੇਲਹੁ ਕਰਦ ਤੇ ਕੋ ਹੇਤ ਬਿਲੰਦੇ। ਕਹਿਣ ਲੱਗਾ, ਮਹਾਰਾਜ ਆਪ ਜੀ ਕਰਦ ਨਾਲੇ ਉਂਗਲੀ ਛਿਲਦੇ ਰਹਿੰਦੇ ਹੋ, ਕਈ ਵਾਰੀ ਤੁਹਾਨੂੰ ਵੇਖਿਆ, ਪਾਤਸ਼ਾਹ ਇਹਦਾ ਕੀ ਕਾਰਨ ਹੈ, ਇਹਦਾ ਕੀ ਹੇਤ ਹੈ? ਭਾਈ ਦਇਆ ਸਿੰਘ ਹੋਣਾ ਨੇ ਵੀ ਕਹਿਣਾ, ਮਹਾਰਾਜ ਵੀ ਉਂਗਲੀ ਚ ਖੂਨ ਸਿਮ ਆਉਂਦਾ ਕਈ ਵਾਰੀ, ਤੇ ਆਪ ਜੀ ਇਹ ਕੀ ਖੇਡ ਰਚਦੇ ਹੋ, ਇਹ ਉਂਗਲੀ ਨੂੰ ਕਿਉਂ ਕੁਰੇਦਦੇ ਹੋ? ਤੋ ਕਲਗੀਧਰ ਪਾਤਸ਼ਾਹ ਜੀ ਨੇ ਸੁਣਿਆ, ਕਾਟਤ ਜੜ ਤੁਰ ਕਾਨ ਕੀ ਅਤਸ਼ੈ ਦ੍ਰਿੜ ਜੋਈ। ਪਾਤਸ਼ਾਹ ਕਹਿੰਦੇ, ਸਿੰਘੋ
ਔਰੰਗਜ਼ੇਬ ਦੀ ਜਿਹੜੀ ਤੁਰਕਾਂ ਦੀ ਜੜ ਹੈ ਨਾ, ਬੜੀ ਮੋਟੀ ਹੈ। ਅਸੀਂ ਉਹਨੂੰ ਬਰੀਕ ਕਰਦੇ ਹਾਂ। ਮੋਟੀ ਜੜ ਹੋਵੇ ਤੇ ਬਰੀਕ ਕਰ ਕਰਕੇ ਪੁੱਟਣੀ ਸੌਖੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਤੁਰਕਾਂ ਦੀ ਜੜ ਪੇ ਪੁੱਟਦੇ ਹਾਂ ਅਸੀਂ, ਮੋਟੀ ਹੈ, ਉਹਨੂੰ ਬਰੀਕ ਕਰ ਕਰਕੇ ਜਿਹੜੀ ਬੜੀ ਮਜ਼ਬੂਤ ਹੈ ਉਹਨੂੰ ਕੱਟਣ ਲਈ ਬੈਠਦੇ ਆ। ਇਹ ਲੀਲਾ ਉਹ ਰਚ ਰਹੇ ਹਾਂ। ਨਸ਼ਟ ਹੈ ਸਕਲ ਭਵਿੱਖ ਮਹਿ ਪਾਏ ਨ ਕਿਤ ਕੋਈ। ਇਹਨਾਂ ਤੁਰਕਾਂ ਦਾ ਰਾਜ ਨਸ਼ਟ ਹੋ ਜਾਣਾ, ਮਲੇਛਾਂ ਦਾ। ਭਵਿੱਖ ਵਿੱਚ ਇਹਨਾਂ ਵਿੱਚੋਂ ਕੋਈ ਰਾਜਾ ਨਹੀਂ ਨਜ਼ਰ ਆਉਣਾ। ਮਾਨ ਸਿੰਘ ਪਾਖਿਓ ਤਬੈ ਕਰਹਾਨ ਇਮਾਨਾ। ਲਾਗੇ ਭਾਈ ਮਾਨ ਸਿੰਘ ਜੀ ਬੈਠੇ ਸਨ। ਭਾਈ ਮਾਨ ਸਿੰਘ ਜੀ ਮਹਾਰਾਜ ਜੀ ਦੇ ਬੜੇ ਪਿਆਰੇ ਸੇਵਕ ਨੇ। ਅੱਗੇ ਕਥਾ ਆਵੇਗੀ, ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਹਾਰਾਜ ਜੀ ਦੇ ਨੇਤਰਾਂ ਚੋਂ ਨੀਰ ਨਹੀਂ ਆਇਆ। ਨਾ ਕਿਹਾ ਵੀ ਇਹ ਠੀਕ ਨਹੀਂ ਹੋਇਆ, ਇਹ ਵੀ ਨਹੀਂ ਆਖਿਆ। ਜਦੋਂ ਭਾਈ ਮਾਨ ਸਿੰਘ ਜੀ ਸ਼ਹੀਦ ਹੋਏ ਨਾ, ਤੇ ਮੇਰੇ ਗੁਰਦੇਵ ਦੇ ਨੇਤਰ ਵੀ ਥੋੜੇ ਜਿਹੇ ਸਜਲ ਹੋਏ ਤੇ ਕਹਿੰਦੇ ਮਾਨ ਸਿੰਘ ਵਰਗੇ ਦੁਬਾਰਾ ਨਹੀਂ ਜੰਮਣੇ। ਏਦਾਂ ਦੇ ਸੂਰਮੇ ਮੁੜ ਨਹੀਂ ਹੁੰਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ। ਇੰਨੇ ਪਿਆਰੇ ਸਨ ਭਾਈ ਮਾਨ ਸਿੰਘ। ਕੋਲ ਬੈਠੇ ਇਹ ਚਮਕੌਰ ਦੀ ਗੜੀ ਚ ਸਤਿਗੁਰਾਂ ਦੇ ਨਾਲ ਹੀ ਨਿਕਲੇ ਸਨ। ਭਾਈ ਮਾਨ ਸਿੰਘ ਜੀ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤੇ ਕੋਲੋਂ ਬੋਲੇ, ਕਹਿਣ ਲੱਗੇ, ਪ੍ਰਥਮ ਨੁਰੰਗੇ ਕੋ ਹਤ ਹੋ ਮਚ ਦੁੰਦ ਜਹਾਨਾ। ਮਹਾਰਾਜ ਦੀ ਜੜ ਤਾਂ ਤੁਰਕਾਂ ਦੀ ਨੁਰੰਗਾ ਹੈ, ਜਿਹਨੇ ਆਪਣਾ ਈਮਾਨ ਨਾਸ਼ ਕੀਤਾ। ਤੇ ਪਾਤਸ਼ਾਹ ਜੀ ਆਪਾਂ ਨੁਰੰਗੇ ਨੂੰ ਜਾ ਕੇ ਸਦਾ ਵਾਸਤੇ ਮੌਤ ਦੀ ਨੀਂਦੇ ਸਵਾ ਦਈਏ ਜੰਗ ਕਰਕੇ, ਤੇ ਤੁਰਕਾਂ ਦਾ ਰਾਜ ਆਪੇ ਸਮਾਪਤ ਹੋ ਜਾਣਾ। ਨੁਰੰਗਾ ਹੀ ਹੈ ਨਾ ਤੁਰਕਾਂ ਦੀ ਜੜ। ਤੇ ਮਹਾਰਾਜ ਜੀ ਉਹਨੂੰ ਹੀ ਜਾ ਕੇ ਧੁੰਦ ਕਰਕੇ ਜੰਗ ਕਰਕੇ ਮਾਰ ਦਈਏ। ਆਦ ਵਜੀਦਾ ਦੇ ਅਹੈ ਅਗ ਕੇ ਫਲ ਪਾਵੇ। ਤੇ ਵਜੀਦੇ ਵਰਗੇ ਜਿਹੜੇ ਪਾਪੀ ਨੇ ਮਹਾਰਾਜ, ਜੰਗ ਕਰਕੇ ਇਹਨਾਂ ਦੇ ਕੀਤੇ ਪਾਪ ਦਾ ਇਹਨਾਂ ਨੂੰ ਫਲ ਪ੍ਰਾਪਤ ਹੋਵੇ। ਜਗਤ ਬਿਲੋਕਤ ਜਾਨ ਹੈ ਪਾਪੀ ਖਪ ਜਾਵੇ। ਤੇ ਸਾਰਾ ਸੰਸਾਰ ਵੇਖੇ ਕਿ ਪਾਪੀ ਪਾਪ ਕਰਨ ਵਾਲੇ ਕਿਵੇਂ ਖਪਦੇ ਹਨ, ਕਿਵੇਂ ਮੁੱਕਦੇ ਹਨ। ਸ਼੍ਰੀ ਮੁਖ ਤੇ ਕਹਿ ਜੰਗ ਤੇ ਹਤ ਹੋਏ ਨੁਰੰਗਾ। ਕਲਗੀਧਰ ਪਾਤਸ਼ਾਹ ਕਹਿੰਦੇ ਮਾਨ ਸਿੰਘ ਵੀ ਨੁਰੰਗੇ ਨਾਲ ਨਾ ਜੰਗ ਹੋ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਵੀ ਜੰਗ ਕਰਕੇ ਮਾਰਾਂਗੇ, ਤੇ ਜਦੋਂ ਅਸੀਂ ਮਾਰਾਂਗੇ ਜੰਗ ਨਾਲ ਤਾਂ ਮੁਕਤ ਨਾ ਹੋ ਜਾਏ, ਸ਼ਸਤਰ ਨਾਲ ਮਰੇਗਾ। ਦੂਜਾ ਜੰਗ ਹੋਣ ਦੀ ਪਰਿਸਥਿਤੀ ਨਹੀਂ ਹੋ ਸਕਦੀ। ਉਹਦਾ ਕਾਰਨ ਕੀ ਅੱਗੇ ਦੱਸਦੇ ਨੇ। ਦੂਰ ਦੇਸ਼ ਦੱਛਣ ਬਿਖੈ ਹੈ ਅਨਬਨ ਢੰਗਾ। ਮਹਾਰਾਜ ਜੀ ਕਹਿੰਦੇ ਪਾਪੀਓ ਬੈਠਾ ਦੱਖਣ ਦੇ ਖੁੰਝੇ 'ਚ ਪਰਲੇ ਸਿਰੇ, ਉੱਥੇ ਜਾ ਕੇ ਲੜਨਾ ਅਨਬਣਾ ਹੈ। ਕਿ ਫੌਜ ਉੱਥੇ ਜਾ ਕੇ ਲੈ ਕੇ ਜਾ ਕੇ ਲੜਨਾ ਬੜਾ ਮੁਸ਼ਕਲ ਹੋਵੇਗਾ। ਆਇਆ ਇਸੇ ਕਰਕੇ ਮਹਾਰਾਜ ਜੀ ਨੇ ਸੱਦਾ ਵੀ ਭੇਜਿਆ ਸੀ, ਰੰਗਿਆ ਜੇ ਤੂੰ ਵੀ ਆਉਣਾ ਤੇ ਕੋਈ ਗੱਲ ਨਹੀਂ, ਲੜਨ ਆਉਣਾ ਤਾਂ ਵੀ ਆ, ਜੇ ਸੁਲ੍ਹਾ ਕਰਨ ਵਾਸਤੇ ਆਉਣਾ ਤੇ ਬੜੇ ਬੇਫਿਕਰ ਹੋ ਕੇ ਆ। ਹਮੈ ਕੌਮ ਬਹਿਰਾੜ ਹੁਕਮੇ ਮਰਾਸਤ। ਮਾਲਵੇ ਵਿੱਚ ਬਹਿ ਕੇ, ਇੱਥੇ ਦੀਨੇ ਬਹਿ ਕੇ ਮਹਾਰਾਜ ਜੀ ਨੇ ਬਚਨ ਲਿਖੇ ਵੀ ਆ ਜਾ, ਤੇਰੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਸਾਡੀ, ਤੂੰ ਬੇਫਿਕਰ ਹੋ ਕੇ ਆ, ਅਸੀਂ ਬਹਿ ਕੇ ਤੇਰੇ ਨਾਲ ਗੱਲ ਕਰਨੀ ਆ ਵੀ ਦੱਸ ਤੂੰ ਇਹ ਜ਼ੁਲਮ ਕਿਉਂ ਪਿਆ ਕਰਦਾ, ਜੰਗ ਲੜਨਾ ਤਾਂ ਵੀ ਆ ਜਾ। ਭਾਈ ਮਾਨ ਸਿੰਘ ਨੂੰ ਮਹਾਰਾਜ ਜੀ ਕਹਿੰਦੇ ਮਾਨ ਸਿੰਘ ਵੀ ਉੱਥੇ ਉਹ ਬੈਠਾ ਜਾ ਕੇ ਪਾਪੀ ਦੀ ਉਹ ਦੱਖਣ ਦਿਸ਼ਾ ਵਿੱਚ, ਉੱਥੇ ਜਾ ਕੇ ਉਹਦੇ ਨਾਲ ਜੰਗ ਕਰ ਸਕਣਾ ਅਣਬਣ ਢੰਗ ਹੈ, ਨਹੀਂ ਹੋ ਸਕਦਾ। ਤਉ ਫਤਿਹ ਕੋ ਖਤ ਲਿਖੇ ਪੜ ਕਰ ਮਰ ਜਾਈ। ਪਰ ਹਾਂ ਦਇਆ ਸਿੰਘ ਜੀ ਕੋ ਮਹਾਰਾਜ ਜੀ ਫਿਰ ਉਹ ਮਰੇਗਾ ਕਿਵੇਂ? ਪਾਤਸ਼ਾਹ ਕਹਿੰਦੇ ਆਪਾਂ ਇਦਾਂ ਕਰਦੇ ਆਂ ਵੀ ਆਪਾਂ ਜਿੱਤ ਦੀ ਚਿੱਠੀ ਭੇਜਦੇ ਆਂ, ਜਿਹਨੂੰ ਪੜਦੇ ਆਪੇ ਹੀ ਮਰ ਜਾਏਗਾ। ਸ਼ਸਤਰ ਨਾਲ ਨਹੀਂ ਮਾਰਨਾ, ਜਿੱਤ ਦੀ ਚਿੱਠੀ ਭੇਜਾਂਗੇ ਜਿਹਨੂੰ ਆਪਾਂ ਕਹਿੰਦੇ ਆ ਜ਼ਫਰਨਾਮਾ। ਫਾਰਸੀ ਵਿੱਚ ਮਹਾਰਾਜ ਜੀ ਨੇ ਲਿਖਿਆ, 12 ਹਕਾਇਤਾਂ ਨੇ ਇਹਦੀਆਂ, ਬੜੀਆਂ ਲਾਹਨਤਾਂ ਪਾਈਆਂ ਨਰੰਗੇ ਨੂੰ। ਅੱਗੇ ਕਥਾ ਹੋਣੀ ਹੈ। ਪਾਤਸ਼ਾਹ ਕਹਿੰਦੇ ਵੀ ਆਪਾਂ ਜਿੱਤ ਦੀ ਚਿੱਠੀ ਜਿਹੜੀ ਹੈ ਨਾ, ਫਤਿਹ ਦੀ ਚਿੱਠੀ ਉਹ ਭੇਜਾਂਗੇ। ਫਤਿਹ ਦੀ ਚਿੱਠੀ ਕਿਉਂਕਿ ਗੁਰਦੇਵ ਨੇ ਫਤਿਹ ਕੀਤਾ ਚਮਕੌਰ ਦਾ ਜੰਗ, ਆਨੰਦਪੁਰ ਸਾਹਿਬ ਦਾ ਜੰਗ ਪਾਤਸ਼ਾਹ ਨੇ ਫਤਿਹ ਕੀਤਾ। ਔਰ ਉਹ ਫਤਿਹ ਦੀ ਚਿੱਠੀ ਜਦੋਂ ਲਿਖ ਕੇ ਨਰੰਗੇ ਕੋਲ ਭੇਜਾਂਗੇ, ਉਹ ਪੜ੍ਹੇਗਾ ਤੇ ਪੜ੍ਹ ਕੇ ਮਰ ਜਾਏਗਾ ਮਲੇਛ।
ਅਪਰਨ ਤੇ ਪਲਟਾਲ ਹੈ ਮਮ ਪੰਥ ਬਡਾਈ। ਬਾਕੀ ਰਹੇ ਆ ਦੂਜੇ ਤੀਜੇ ਵਜੀਦੇ ਵਰਗੇ। ਮਹਾਰਾਜ ਜੀ ਕਹਿੰਦੇ ਨਾ ਕੋਲੋਂ ਮੇਰਾ ਪੰਥ ਆਪੇ ਹੀ ਇਹਨਾਂ ਨੂੰ ਆ ਕੇ ਸੋਧਾ ਲਾ ਲਵੇਗਾ। ਇਹਨਾਂ ਨੂੰ ਮੇਰਾ ਪੰਥ ਆ ਕੇ ਸੋਧਾ ਲਾ ਲਵੇਗਾ, ਜਿਹੜਾ ਪੰਥ ਮੈਂ ਅਕਾਲ ਪੁਰਖ ਦੇ ਹੁਕਮ ਨਾਲ ਸਾਜਿਆ। ਲਿਖਿਓ ਜ਼ਫਰਨਾਮਾ ਤਬੈ ਬਹੁ ਬੈਤ ਬਨਾਈ। ਕਲਗੀਧਰ ਪਾਤਸ਼ਾਹ ਨੇ ਉਸੇ ਵਕਤ ਜ਼ਫਰਨਾਮਾ, ਜਿੱਥੇ ਅੱਜ ਕੱਲ ਗੁਰਦੁਆਰਾ ਜ਼ਫਰਨਾਮਾ ਸਾਹਿਬ ਹੈ, ਦੀਨੇ ਕਾਂਗੜ ਦੀ ਜੂਹ ਚ ਬਹਿ ਕੇ, ਜਿੱਥੇ ਕਦੇ ਗੁਰੂ ਹਰਗੋਬਿੰਦ ਸਾਹਿਬ ਬਿਰਾਜਦੇ ਸਨ, ਦਾਦਾ ਜੀ ਦੇ ਅਸਥਾਨ ਤੇ ਪੋਤਰਾ ਬਹਿ ਕੇ ਗੁਰੂ ਕਲਗੀਧਰ ਪਾਤਸ਼ਾਹ ਜ਼ਫਰਨਾਮਾ ਲਿਖਦੇ ਆ। ਔਰ ਜ਼ਫਰਨਾਮੇ ਦੇ ਵਿੱਚ ਬਹੁਤ ਸਾਰੀਆਂ ਬੈਂਤਾਂ, ਆਪਾਂ ਜਿਵੇਂ ਪੌੜੀਆਂ ਕਹਿ ਦਿੰਦੇ ਆ, ਸ਼ਲੋਕ ਕਹਿ ਦਿੰਦੇ ਆ, ਫਾਰਸੀ ਵਿੱਚ ਬੈਂਤ ਕਹਿ ਦਿੰਦੇ ਨੇ। ਜਿਵੇਂ ਦੋ ਪੰਕਤੀਆਂ ਨੂੰ ਆਪਾਂ ਦੋਹਰਾ ਕਹਿ ਦਿੰਦੇ ਆ, ਏਦਾਂ ਉਹ ਦੋ ਪੰਕਤੀਆਂ ਦੇ ਸੁਮੇਲ ਨੂੰ ਬੈਂਤ ਫਾਰਸੀ ਚ ਕਹਿ ਦਿੰਦੇ, ਸ਼ੇਰ ਵੀ ਕਹਿ ਦਿੰਦੇ ਨੇ ਤੇ ਬੈਂਤ ਵੀ ਕਹਿ ਦਿੰਦੇ ਨੇ। ਮਹਾਰਾਜ ਜੀ ਨੇ ਫਾਰਸੀ ਵਿੱਚ ਬੈਂਤਾਂ ਲਿਖੀਆਂ ਔਰ ਲਿਖਿਆ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਕਮ ਸਤ। ਇੱਥੋਂ ਸ਼ੁਰੂਆਤ ਕੀਤੀ, ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਕਮ ਸਤ ਲਿਖਿਆ। ਪਹਿਲਾਂ ਵਾਹਿਗੁਰੂ ਦੀਆਂ ਸਿਫਤਾਂ ਲਿਖੀਆਂ, ਪਰਮੇਸ਼ਰ ਦੀਆਂ ਸਿਫਤਾਂ ਲਿਖੀਆਂ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਨਿਰੰਕਾਰ ਦੀਆਂ, ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਿਹੜੀ ਦਾਸਤਾਨ ਸੀ ਉਹ ਲਿਖੀ। ਹਾਂਜੀ, ਸ਼੍ਰੀ ਅਕਾਲ ਕਰਤਾ ਪੁਰਖ ਪੂਰਬ ਵਡਿਆਈ। ਪਹਿਲਾਂ ਸ੍ਰੀ ਅਕਾਲ ਪੁਰਖ ਜੀ ਦੀ, ਕਰਤਾ ਪੁਰਖ ਜੀ ਦੀ ਵਡਿਆਈ ਲਿਖੀ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਐਸ਼ੇ ਅਰਸ਼। ਪਹਿਲਾਂ ਵਾਹਿਗੁਰੂ ਦੀਆਂ ਸਿਫਤਾਂ ਕੀਤੀਆਂ, ਅਕਾਲ ਪੁਰਖ ਦੀਆਂ ਵਡਿਆਈਆਂ ਉਹ ਮਹਾਰਾਜ ਜੀ ਨੇ ਲਿਖੀਆਂ। ਅਹਿਦ ਕਰਨ ਈਮਾਨ ਕੋ ਮਿਲ ਬੇ ਠਹਿਰਾਇਓ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਔਰੰਗਜ਼ੇਬ ਤੂੰ ਅਹਿਦ ਕੀਤਾ ਸੀ, ਆਪਣੇ ਈਮਾਨ ਦੀ ਕਸਮ ਖਾਧੀ ਸੀ, ਤੂੰ ਸਾਡੇ ਨਾਲ ਮਿਲਣਾ ਠਹਿਰਾਇਆ ਸੀ, ਤੋਰਿਓ ਬੇਈਮਾਨ ਬਨ 10 ਲੱਖ ਪਠਾਇਓ। ਤੂੰ ਆਪਣੇ ਉਸ ਅਹਿਦ ਨੂੰ, ਈਮਾਨ ਨੂੰ ਤੋੜਿਆ ਬੇਈਮਾਨ ਹੋ ਕੇ, ਔਰ 10 ਲੱਖ ਫੌਜਾਂ ਸਾਡੇ ਤੇ ਭੇਜੀਆਂ। ਗੁਰਦੇਵ ਫਿਰ ਲਿਖਦੇ ਨੇ, ਮਰਾਇਤ ਬਾਰੇ ਬਰੀ ਕਸਮ ਨੇ, ਸਾਨੂੰ ਤੇਰੀਆਂ ਕਸਮਾਂ ਤੇ ਕੋਈ ਯਕੀਨ ਨਹੀਂ ਹੈ, ਕੋਈ ਯਕੀਨ ਨਹੀਂ ਸੀ, ਕਿਉਂਕਿ ਤੂੰ ਆਪਣੀਆਂ ਕਸਮਾਂ ਤੋੜਨ ਦੇ ਵਿੱਚ ਬੜਾ ਬਲੀ ਹੈ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਨੁਰੰਗਿਆ, ਦੁਨੀਆ ਵਿੱਚ ਬੜੇ ਲੋਕ ਹੁੰਦੇ ਨੇ ਜਿਹੜੇ ਕਸਮਾਂ ਤੋੜਦੇ ਨੇ। ਇਦਾਂ ਕਹਿ ਸਕਦੇ ਹਾਂ ਵੀ ਅਰਬਾਂ ਖਰਬਾਂ ਬੰਦੇ ਮਰੇ ਹੋਣ, ਉਹ ਬੰਦੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕਸਮਾਂ ਹੀ ਤੋੜੀਆਂ ਹੋਣ ਤੇ ਉਹ ਮਰੇ ਹੋਣ, ਉਹਨਾਂ ਸਾਰੇ ਅਰਬਾਂ ਖਰਬਾਂ ਦਾ ਕੱਲਾ ਤੂੰ ਹੀ ਜੰਮਿਆ ਹੋਣਾ ਕਸਮਾਂ ਤੋੜਨ ਵਾਲਾ, ਇੱਕ ਬਣ ਕੇ। ਤੂੰ ਇੰਨਾ ਜ਼ਿਆਦਾ ਭ੍ਰਸ਼ਟ ਤੇ ਡਿੱਗਿਆ ਹੋਇਆ ਕਿਰਦਾਰ ਤੋਂ, ਬੜੀਆਂ ਲਾਹਨਤਾਂ ਪਾਈਆਂ ਔਰੰਗੇ ਨੂੰ। ਜਦੋਂ ਹਕਾਇਤਾਂ ਪੜ੍ਹਦੇ ਅੱਗੇ 12 ਹਕਾਇਤਾਂ ਲਿਖੀਆਂ, ਉਹਦੇ ਵਿੱਚ ਬੜੇ ਬੜੇ ਰਾਜਿਆਂ ਦਾ, ਬੜੀਆਂ ਬੜੀਆਂ ਔਰਤਾਂ ਦਾ ਵਰਣਨ ਕਰਕੇ ਫਿਰ ਮਹਾਰਾਜ ਜੀ ਨੇ ਉਹਨਾਂ ਦਾ ਕਿਰਦਾਰ ਦੱਸ ਕੇ ਵੀ ਉਹ ਇੰਨੇ ਮਾੜੇ ਕਿਰਦਾਰ ਵਾਲੇ ਸਨ, ਪਰ ਔਰੰਗਿਆ ਤੂੰ ਤੇ ਉਹਨਾਂ ਨਾਲੋਂ ਵੀ ਮਾੜਾ ਹੈ, ਉਹਨਾਂ ਨਾਲੋਂ ਵੀ ਗਿਆ ਗੁਜ਼ਰਿਆ। ਹਾਂਜੀ, ਬਹੁਰ ਜੰਗ ਚਮਕੌਰ ਕੋ ਬਰਨਿਓ ਕਰ ਥੋਰਾ। ਜ਼ਫਰਨਾਮੇ ਦੀ ਹੀ ਦਾਸਤਾਨ ਵਿੱਚ ਮਹਾਰਾਜ ਜੀ ਨੇ ਫਿਰ ਚਮਕੌਰ ਸਾਹਿਬ ਦੇ ਜੰਗ ਦਾ ਜ਼ਿਕਰ ਕੀਤਾ, ਕਿਉਂਕਿ ਇਹ ਜੰਗ, ਜਿਹੜੀ ਇਹ ਜੰਗ ਦੀ ਚਿੱਠੀ ਮਹਾਰਾਜ ਜੀ ਨੇ ਲਿਖ ਕੇ ਭੇਜੀ ਹੈ, ਕੇਵਲ ਚਮਕੌਰ ਦੇ ਸਾਕੇ ਨੂੰ ਮੁੱਖ ਰੱਖਦਿਆਂ ਲਿਖ ਕੇ ਭੇਜੀ ਹੈ। ਬਾਕੀ ਜੰਗਾਂ ਦਾ ਵੇਰਵਾ ਇਹਦੇ ਚ ਨਹੀਂ ਆਇਆ, ਕੇਵਲ ਚਮਕੌਰ ਦਾ ਜੰਗ, ਉੱਥੋਂ ਦੀ ਜਿਹੜੀ ਦਾਸਤਾਨ ਸੀ ਉਹ ਮਹਾਰਾਜ ਜੀ ਨੇ ਭੇਜੀ। ਆਖਿਆ, ਔਰੰਗਜ਼ੇਬ ਚੇ ਗੁਰਸ਼ਨ ਚਕਾਰੇ ਦਾ ਚਹਿਲ ਨਰ ਕੇ 10 ਲੱਖ ਬਰਾਇਤ ਬਰੂ ਬੇਖਬਰ। 40 ਭੁੱਖੇ ਉਨੀਂਦਰੇ ਸਿੱਖ
ਕਈ ਮਹੀਨਿਆਂ ਦੇ ਭੁੱਖੇ, ਉਹਨਾਂ ਤੇ ਤੇਰੀਆਂ 10 ਲੱਖ ਫੌਜਾਂ ਬੇਖਬਰੀ ਬਿਨਾਂ ਦੱਸਿਆਂ ਚੜ ਕੇ ਆ ਗਈਆਂ। ਉਹਦੇ ਵਿੱਚ ਮਹਾਰਾਜ ਜੀ ਨੇ ਇਹਦੇ ਵੱਡੇ ਵੱਡੇ ਜਰਨੈਲਾਂ ਦਾ ਜ਼ਿਕਰ ਕੀਤਾ, ਖਵਾਜੇ ਮਰਦੂਦ ਦਾ, ਨਾਰ ਖਾਂ ਦਾ, ਫਿਰ ਆਪਣੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਗੁਰਦੇਵ ਨੇ ਕੀਤਾ। ਆਖਿਆ ਉਹ ਰੰਗਿਆ, ਤੂੰ ਕਹਿਣਾ ਸੋਚਦਾ ਵੀ ਸਾਡੇ 4 ਪੁੱਤਰਾਂ ਨੂੰ ਮਾਰ ਕੇ ਸ਼ਹੀਦ ਕਰਕੇ ਅੱਗ ਬੁਝਾ ਦਿੱਤੀ ਹੈ। ਨਹੀਂ, ਹਾਲੇ ਤਾਂ ਇਹ ਅੱਗ ਦਾ ਕੇਵਲ ਛੋਟਾ ਸਵਰੂਪ ਤੈਂ ਵੇਖਿਆ, ਇਹ ਅੱਗ ਦੇ ਭਾਂਬੜ ਮੈਂ ਤੇਰੇ ਪੈਰਾਂ ਥੱਲੇ ਬਾਲਨੇ ਹਨ। ਤੂੰ ਭੁਲੇਖੇ ਵਿੱਚ ਹੈ ਕਿ ਤੂੰ ਸਾਡੇ 4 ਬੱਚੇ ਸ਼ਹੀਦ ਕਰਕੇ ਅੱਗ ਬੁਝਾ ਦਿੱਤੀ ਹੈ। ਨਹੀਂ, ਇਹ ਅੱਗ ਬੁਝੀ ਨਹੀਂ, ਕਿਉਂਕਿ ਮੇਰਾ ਕੁੰਡਲੀਆ ਨਾਗ, ਮੇਰਾ ਖਾਲਸਾ ਪਿੱਛੇ ਬਾਕੀ ਹੈ। ਸਤਿ ਸ੍ਰੀ ਅਕਾਲ। ਕੇ ਬਾਕੀ ਬਿਮਾਂਦਸਤ ਪੇਚੀਦਹ ਮਾਰ। ਮਾਰ ਨਾਮ ਫਾਰਸੀ ਵਿੱਚ ਸੱਪ ਦਾ ਹੁੰਦਾ ਹੈ, ਪੇਚੀਦਹ ਦਾ ਮਤਲਬ ਹੁੰਦਾ ਕੁੰਡਲ ਮਾਰ ਕੇ ਬੈਠਾ ਕੁੰਡਲੀਆ ਨਾਗ। ਮੇਰਾ ਖਾਲਸਾ ਕੁੰਡਲੀਆ ਨਾਗ ਹਾਲੇ ਪਿੱਛੇ ਬਾਕੀ ਹੈ। ਜਿਵੇਂ ਕੁੰਡਲੀਏ ਨਾਗ ਦਾ ਡਸਿਆ ਬੰਦਾ ਪਾਣੀ ਨਹੀਂ ਮੰਗਦਾ, ਤੇਰਾ ਭੁਲੇਖਾ ਹੈ ਕਿ ਤੂੰ ਸਾਡੇ 4 ਬੱਚਿਆਂ ਨੂੰ ਕੋਹ ਕੇ ਮਾਰ ਦਿੱਤਾ ਹੈ, ਸ਼ਹੀਦ ਕਰ ਦਿੱਤਾ ਹੈ ਤੇ ਅੱਗ ਬੁਝ ਗਈ ਹੈ। ਨਹੀਂ ਰੰਗਿਆ, ਇਹ ਅੱਗ ਬੁਝੀ ਨਹੀਂ। ਹਾਂਜੀ। ਉਪਾਲੰਭ ਦੋਜ਼ਕ ਪਰੈ ਜਹ ਸੰਕਟ ਘੋਰਾ। ਮਹਾਰਾਜ ਜੀ ਨੇ ਉਪਾਲੰਭ ਦਿੱਤੇ ਇਹਦੇ, ਕਹਿੰਦੇ ਜਿੰਨੇ ਉਪਾਲੰਭ ਨੇ ਰੰਗਿਆ ਉਹ ਸਭ ਤੇਰੇ ਤੇ ਨੇ, ਔਰ ਜਿਹੜੇ ਘੋਰ ਦੋਜ਼ਕ ਨੇ ਉਹਨਾਂ ਘੋਰ ਦੋਜ਼ਕਾਂ ਦੀ ਅੱਗ ਦੇ ਵਿੱਚ ਤੈਂ ਸੜਨਾ ਹੈ। ਹਾਂਜੀ। ਬੇਇਨਸਾਫੀ ਤੈਂ ਕਰੀ ਵੱਡ ਚਹੈ ਸਜ਼ਾਈ। ਕਿਉਂਕਿ ਤੂੰ ਬੇਇਨਸਾਫੀ ਕੀਤੀ ਹੈ। ਤੂੰ ਰਾਜਾ ਹੈ, ਬਾਦਸ਼ਾਹ ਇਨਸਾਫ ਕਰਨ ਵਾਲਾ। ਬਾਦਸ਼ਾਹ ਦੀ ਦ੍ਰਿਸ਼ਟੀ 'ਚ ਤਾਂ ਸਾਰੇ ਸਮਾਨ ਹੋਣੇ ਚਾਹੀਦੇ ਨੇ ਨਾ। ਤੂੰ ਬਾਦਸ਼ਾਹ ਹੈ ਤੇ ਬਾਦਸ਼ਾਹ ਦੀ ਦ੍ਰਿਸ਼ਟੀ 'ਚ ਹਿੰਦੂ ਮੁਸਲਮਾਨ ਸਾਰੇ ਇੱਕ ਸਮਾਨ ਹੋਣੇ ਚਾਹੀਦੇ ਨੇ। ਤੂੰ ਬੇਇਨਸਾਫੀ ਕੀਤੀ ਹੈ ਔਰੰਗਿਆ। ਇਸ ਬੇਇਨਸਾਫੀ ਦਾ ਤੈਨੂੰ ਬੜਾ ਵੱਡਾ ਦੰਡ ਭੁਗਤਣਾ ਪਵੇਗਾ, ਸਜ਼ਾ ਭੁਗਤਣੀ ਪਵੇਗੀ ਨਿਰੰਕਾਰ ਦੀ ਖੁਦਾ ਦੀ ਕਚਹਿਰੀ ਵਿੱਚ। ਜਿੱਥੇ ਤੇਰੀ ਕਚਹਿਰੀ ਲੱਗਦੀ ਹੈ, ਇੱਥੇ ਉਹ ਬਚਦੇ ਨੇ ਜਿਨ੍ਹਾਂ ਨੂੰ ਤੂੰ ਕਹਿਣਾ ਵੀ ਇਹ ਮੇਰੇ ਨੇ, ਇਹ ਬਗਾਨੇ ਨੇ। ਪਰ ਵਾਹਿਗੁਰੂ ਦੀ ਕਚਹਿਰੀ ਵਿੱਚ ਸਾਰੇ ਇੱਕ ਸਮਾਨ ਖੜੇ ਨੇ। ਉੱਥੇ ਤੇਰੇ ਨਾਲ ਵੀ ਇਨਸਾਫ ਹੋਣਾ, ਔਰ ਜਦੋਂ ਇਨਸਾਫ ਹੋਣਾ ਤੇ ਤੇਰੀਆਂ ਬੇਨਿਆਈਆਂ ਦਾ ਤੈਨੂੰ ਫਲ ਸਜ਼ਾ ਦੇ ਰੂਪ ਵਿੱਚ ਪ੍ਰਾਪਤ ਹੋਣਾ। ਅਸ਼ਟ ਦਿਵਸ ਕੀ ਸਾਹਿਬੀ ਕਰ ਲੈ ਮਨ ਭਾਈ। ਮਹਾਰਾਜ ਕਹਿੰਦੇ 8 ਦਿਨਾਂ ਦੀ ਬਾਦਸ਼ਾਹੀ ਹੈ, ਮਨ ਭਾਉਂਦੀ ਕਰ ਲੈ। ਕਿੰਨਾ ਕੁ ਚਿਰ ਰਹਿਣੀ ਹੈ ਇਹ 4 ਦਿਨਾਂ ਦੀ ਸਹਿਬੀ, 8 ਦਿਨਾਂ ਦੀ ਸਹਿਬੀ ਹੈ, ਪਾਤਸ਼ਾਹੀ ਹੈ, ਇਹ ਸदैवी ਨਹੀਂ ਹੈ। ਮਹਾਰਾਜ ਜੀ ਨੇ ਫਿਰ ਰਾਜੇ ਦਲੀਪ ਦੀ ਕਥਾ ਸੁਣਾਈ। ਪਾਤਸ਼ਾਹ ਕਹਿੰਦੇ ਕਿ ਰਾਜਾ ਦਲੀਪ ਹੋਇਆ। ਰਾਜਾ ਮਾਨਧਾਤਾ, ਉਹਦੇ ਅੱਗੇ ਲੜਕੇ ਸਨ। ਰਾਜਾ ਦਲੀਪ 4 ਲੜਕੇ ਉਹਨੇ ਆਪਣੀ ਜਗੀਰ ਵਿੱਚੋਂ 4 ਨੂੰ ਬਹੁਤ ਕੁਝ ਦੇ ਦਿੱਤਾ। ਰਾਜੇ ਦਲੀਪ ਨੂੰ ਉਹਨੇ 1 ਦਾਣਾ ਦਾਲ ਦਾ ਤੇ 1 ਮੂੰਗੀ ਦਾ ਦਾਣਾ ਦਿੱਤਾ, ਬਾਕੀਆਂ ਨੂੰ ਘੋੜੇ, ਹਾਥੀ, ਬਹੁਤ ਕੁਝ। ਆਖਿਆ ਜਾਓ, ਉਹਨੇ ਆਪਣਾ ਉੱਤਰਾਧਿਕਾਰੀ ਚੁਣਨਾ ਸੀ। ਤੋ ਰਾਜੇ ਦਲੀਪ ਨੇ ਉਹ ਦਾਲ ਦੇ 2ਵੇਂ ਦਾਣੇ ਜਾ ਕੇ ਜ਼ਮੀਨ 'ਚ ਬੀਜ ਦਿੱਤੇ। ਪੌਦਾ ਬਣਿਆ, ਉਹਦੇ ਤੋਂ ਜਿਹੜੇ ਦਾਣੇ ਆਏ ਉਹਨੇ ਫਿਰ ਬੀਜੇ, ਫਿਰ ਫਸਲ ਹੋਈ, ਫਿਰ ਬੀਜੇ, ਫਿਰ ਫਸਲ ਹੋਈ। ਜ਼ਮੀਨ ਤਾਂ ਪਿਓ ਦੀ ਹੈ ਹੀ ਸੀ। ਤੋ ਫਸਲ ਵੇਚਦਿਆਂ ਉਹਨੇ ਅੱਗੇ ਮੁਨਾਫਾ ਇੰਨਾ ਖੱਟਿਆ ਕਿ ਉਸ ਮੁਨਾਫੇ 'ਚ ਉਹਨੇ ਕਈ ਹਜ਼ਾਰਾਂ ਘੋੜੇ ਵੀ ਖਰੀਦ ਲਏ। ਉਸੇ ਮੁਨਾਫੇ 'ਚੋਂ ਕਈ ਹਜ਼ਾਰ ਸਿਪਾਹੀ ਵੀ ਆਪਣੇ ਕੋਲ ਰੱਖ ਲਏ, ਸ਼ਸਤਰ ਖਰੀਦ ਲਏ। ਔਰ ਮੂੰਗੀ ਦੇ ਦਾਣੇ ਤੋਂ ਉਹਨੇ ਇੱਕ ਸ਼ਹਿਰ ਵਸਾਇਆ, ਮੂੰਗੀ ਪਟਨਮ। ਔਰ ਦਾਲ ਦੇ ਦਾਣੇ ਤੋਂ ਵਸਾਇਆ ਦਿੱਲੀ। ਕਹਿੰਦੇ ਉਹ ਦਾਲ ਦੇ ਇੱਕ ਨਿੱਕੇ ਜਿਹੇ ਦਾਣੇ ਤੋਂ ਵਸਿਆ ਇਹ ਦਿੱਲੀ ਨਗਰ
ਜਿਸ ਨੇ ਵਸਾਇਆ, ਕਿੱਡਾ ਧਰਮੀ ਰਾਜਾ ਸੀ, ਉਹ ਨਹੀਂ ਰਿਹਾ। ਤੇ ਔਰੰਗਜ਼ੇਬ ਤੂੰ ਤਾਂ ਉਹਦੇ ਵਸਾਏ ਹੋਏ ਨਗਰ ਦੇ ਵਿੱਚ ਬੈਠਾ, ਤੂੰ ਕਿੰਨਾ ਕੁ ਚਿਰ ਰਹੇਗਾ? ਜਿਹਨੇ ਵਸਾਇਆ, ਜਿਸ ਨੇ ਰਾਜਧਾਨੀਆਂ ਸਥਾਪਿਤ ਕੀਤੀਆਂ, ਉਹ ਨਹੀਂ ਰਿਹਾ, ਚਲਾ ਗਿਆ। ਤੇ ਨਰੰਗਿਆ ਤੂੰ ਕਿੰਨੇ ਕੁ ਦਿਨ ਰਹਿਣਾ? ਕਾਹਦਾ ਮਾਣ ਕਰਦਾ, ਕਾਹਦਾ ਗਰੂਰ ਕਰਦਾ? ਹਾਂਜੀ। ਦਾਸਤਾਨ ਬਦ ਸ਼ਹਿਨ ਕੀ ਅਰ ਕੇ ਟਿਕਿਆਨਾ। ਗਰੀਬ ਨਵਾਜ਼ ਜੀ ਨੇ ਬਹੁਤ ਸਾਰੇ ਬਾਦਸ਼ਾਹਾਂ ਦੀਆਂ ਦਾਸਤਾਨਾਂ ਲਿਖੀਆਂ। ਸ਼ਾਹੇ ਕਲਿੰਜਰ, ਬਹੁਤ ਸਾਰੇ ਜਿਹੜੇ ਬਾਦਸ਼ਾਹ ਹੋ ਗਏ ਪਹਿਲਾਂ, ਉਹਨਾਂ ਦੀਆਂ ਦਾਸਤਾਨਾਂ ਲਿਖ ਲਿਖ ਕੇ ਮਹਾਰਾਜ ਜੀ ਨੇ ਉਹਨਾਂ ਦੀਆਂ ਆਨਾਂ ਜਿਹੜੀਆਂ ਨੇ ਉਹ ਸੁਣਾਈਆਂ ਪ੍ਰਮਾਣ ਦੇ ਦੇ ਕੇ। ਲਿਖੇ ਬੈਂਤ ਕਰ ਸ਼ਾਇਰੀ ਚਤੁਰਈ ਮਹਾਨਾ। ਬਾਦਸ਼ਾਹ ਨੇ ਬੜੀਆਂ ਸੋਹਣੀਆਂ ਬੈਂਤਾਂ ਤੇ ਕਮਾਲ ਦੀ ਸ਼ਾਇਰੀ ਲਿਖੀ। ਇਹੋ ਜਿਹੇ ਕਮਾਲ ਦੀ ਸ਼ਾਇਰੀ ਲਿਖੀ ਕਲਗੀਧਰ ਸਵਾਮੀ ਜੀ ਨੇ। ਫਾਰਸੀ ਦੇ ਏਡੇ ਵੱਡੇ ਮਹਾਨ ਮਾਰਤੰਡ ਵਿਦਵਾਨ ਨੇ ਕਲਗੀਧਰ ਸਵਾਮੀ ਜੀ, ਕਿ ਇੱਕ ਮੌਲਵੀ ਨਾਲ ਮੇਰੀ ਵਾਰਤਾ ਹੋਈ। ਫਾਰਸੀ ਦੀਆਂ ਇਹ ਬੈਂਤਾਂ ਸੁਣ ਕੇ ਕਹਿੰਦਾ ਕਮਾਲ ਹੈ, ਐਸੀ ਫਾਰਸੀ ਅਸੀਂ ਵੀ ਨਹੀਂ ਜਾਣਦੇ, ਸਾਡੀ ਭਾਸ਼ਾ ਹੈ, ਬੋਲੀ ਹੈ। ਤੇ ਬੜੀਆਂ ਮਹਾਰਾਜ ਜੀ ਨੇ ਉਹਦੇ ਚ ਉਦਾਹਰਣਾਂ ਜਿਹੜੀਆਂ ਹੁਣੇ ਫਾਰਸੀ ਵਿੱਚ ਮੂਲ ਰੂਪ ਵਿੱਚ ਮਿਲਦੀਆਂ ਨੇ, ਤਰਜਮਾ ਹੋਇਆ। ਮੂਲ ਰੂਪ ਵਿੱਚ ਮਹਾਰਾਜ ਜੀ ਨੇ ਫਾਰਸੀ ਵਿੱਚ ਜਿਹੜੇ ਅੱਖਰ ਸਨ ਉਹ ਲਿਖੇ ਸਨ ਕਲਗੀਧਰ ਸਵਾਮੀ ਜੀ। ਮਹਾਰਾਜ ਫਾਰਸੀ ਦੇ ਵਿਦਵਾਨ ਨੇ। ਵਿਦਵਾਨ ਕਹਿ ਲਈਏ, ਮੈਂ ਤਾਂ ਇਹ ਸਮਝਦਾ ਹਾਂ ਕਿ ਦੁਨੀਆ ਦੀਆਂ ਜਿੰਨੀਆਂ ਭਾਸ਼ਾਵਾਂ ਨੇ, ਦੁਨੀਆ ਦੀਆਂ ਜਿਤਨੀਆਂ ਵੀ ਵਿਦਿਆਵਾਂ ਨੇ, ਉਹਨਾਂ ਸਾਰੀਆਂ ਵਿਦਿਆਵਾਂ ਦੇ, ਭਾਸ਼ਾਵਾਂ ਦੇ ਕਰਤਾ ਗੁਰੂ ਕਲਗੀਧਰ ਸਵਾਮੀ ਆਪ ਨੇ, ਆਪ ਨੇ। ਔਰ ਬੜੇ ਸੋਹਣੇ ਢੰਗ ਨਾਲ ਗਰੀਬ ਨਵਾਜ਼ ਸਾਹਿਬ ਜੀ ਨੇ ਇਹ ਫਾਰਸੀ ਦੀਆਂ ਜਿਹੜੀਆਂ ਬੈਂਤਾਂ ਨੇ, ਸ਼ੇਰ ਨੇ, ਉਹ ਲਿਖੇ ਸ਼ਾਇਰੀ ਵਜੋਂ। ਹਾਂਜੀ। ਜਸ ਜਸ ਆਸ਼ਾ ਕਹਿਨ ਕੋ ਸਮਝਾਵਨ ਹੇਤਾ। ਜਿਹੜਾ ਜਿਹੜਾ ਆਸ਼ਾ ਮਹਾਰਾਜ ਜੀ ਔਰੰਗੇ ਨੂੰ ਸਮਝਾਉਣਾ ਚਾਹੁੰਦੇ ਸਨ, ਜਿਹੜੀ ਜਿਹੜੀ ਬਾਤ ਉਸ ਦੇ ਖਾਨੇ ਪਾਉਣਾ ਚਾਹੁੰਦੇ ਸਨ, ਕਹੇ ਪ੍ਰਸੰਗ ਅਨੇਕ ਤਸ ਸੁਨ ਮੂੜ ਚੇਤਾ। ਮਹਾਰਾਜ ਜੀ ਨੇ ਬੜੇ ਪ੍ਰਸੰਗ ਸੁਣਾਏ, ਅਨੇਕਾਂ। ਆਖਿਆ ਉਹ ਮੂਰਖਾ, ਕਈ ਵਾਰੀ ਸੰਬੋਧਨ ਕਰਦਿਆਂ ਨਰੰਗੇ ਨੂੰ ਮਹਾਰਾਜ ਜੀ ਨੇ ਮੂਰਖ ਕਹਿ ਕੇ ਵੀ ਸੰਬੋਧਨ ਕੀਤਾ। ਕਹਿੰਦੇ ਉਹ ਮੂਰਖ ਨਰੰਗਿਆ ਸੁਣ, ਕੁਛ ਕਥਾ ਲਿਖ ਆਪਣੀ ਸਨ ਮੁਖ ਨੋ ਰੰਗੇ। ਮਹਾਰਾਜ ਜੀ ਨੇ ਕੁਝ ਆਪਣੀ ਕਥਾ ਵੀ ਜਿਹੜੀ ਹੈ ਉਹ ਨਰੰਗੇ ਦੇ ਬਾਬਤ ਨਰੰਗੇ ਨੂੰ ਲਿਖ ਕੇ ਸੁਣਾਈ, ਕਿ ਅਸੀਂ ਕਿਵੇਂ ਕਿਵੇਂ ਰਹੇ ਹਾਂ। ਆਨੰਦਪੁਰ ਸਾਹਿਬ ਦਾ ਕੁਝ ਜ਼ਿਕਰ, ਚਮਕੌਰ ਸਾਹਿਬ ਦੇ ਜੰਗ ਦਾ ਜ਼ਿਕਰ, ਉਹ ਮਹਾਰਾਜ ਕਲਗੀਧਰ ਸਵਾਮੀ ਜੀ ਨੇ ਲਿਖਿਆ। ਜਿਸ ਪੜਨੇ ਤੇ ਜਾਨ ਹੈ ਮੈਂ ਕੀਲ ਕੁਟੰਗੇ। ਆਪਣੀ ਕਥਾ ਵੀ ਮਹਾਰਾਜ ਜੀ ਨੇ ਲਿਖੀ ਕਿ ਨਰੰਗਾ ਪੜ੍ਹੇ ਤੇ ਪੜ੍ਹ ਕੇ ਸਮਝੇ ਵੀ ਮੈਂ ਕਿੰਨੇ ਖੋਟੇ ਕੰਮ ਕੀਤੇ ਨੇ। ਕਿਉਂਕਿ ਅਕਸਰ ਜਿਹੜੇ ਬਾਦਸ਼ਾਹ ਹੁੰਦੇ ਆ, ਉਹਨਾਂ ਤੱਕ ਜਿਹੜੀਆਂ ਖਬਰਾਂ ਨੇ ਥੱਲਿਓਂ ਜਾਂਦਿਆਂ ਜਾਂਦਿਆਂ ਹੋਰ ਰੂਪ ਧਾਰ ਜਾਂਦੀਆਂ। ਉਹੀ ਸੁਣਦੇ ਨੇ ਜੋ ਉਹਨਾਂ ਦੇ ਕਰਿੰਦੇ ਆਲੇ ਦੁਆਲੇ ਉਹਨਾਂ ਨੂੰ ਸੁਣਾਉਣਾ ਚਾਹੁੰਦੇ ਨੇ। ਉਹ ਆਵਾਮ ਦੀ ਆਵਾਜ਼ ਨੂੰ ਨਹੀਂ ਸੁਣਦੇ। ਤੇ ਆਵਾਮ ਦੀ ਆਵਾਜ਼ ਨੂੰ ਸੁਣਨ ਵਾਲੇ ਜਿਹੜੇ ਵਜ਼ੀਰ ਹੁੰਦੇ ਨੇ, ਉਹ ਖੋਟੀ ਬਿਰਤੀ ਵਾਲੇ ਹੁੰਦੇ ਆ ਤਕਰੀਬਨ। ਔਰੰਗਜ਼ੇਬ ਨੂੰ ਲਾਹਨਤਾਂ ਪਾਈਆਂ ਮਹਾਰਾਜ ਜੀ ਨੇ, ਆਪਣੀ ਦਾਸਤਾਂ ਸੁਣਾਈ ਕਿ ਉਹਨੂੰ ਪੜ੍ਹ ਕੇ ਪਛਤਾਵਾ ਹੋਵੇ ਕਿ ਮੈਂ ਕਿੱਡੇ ਖੋਟੇ ਕੰਮ। ਗੁਰੂ ਸਾਹਿਬ ਪਹਿਲਾਂ ਬੁਲਾ ਕੇ ਇਹਨੂੰ ਮਿਲਣਾ ਵੀ ਚਾਹੁੰਦੇ ਸੀ, ਵੀ ਜੇ ਤੂੰ ਆ ਜਾਵੇਂ ਤੇ ਆਪਾਂ ਬਹਿ ਕੇ ਗੱਲ ਕਰੀ ਆਮੋ ਸਾਹਮਣੇ। ਇਹ ਨਹੀਂ ਸੀ ਕਿ ਸਤਿਗੁਰੂ ਜੀ ਹਰ ਕੰਮ ਜੰਗ ਦੇ ਨਾਲ ਹੀ ਕਰਨਾ ਚਾਹੁੰਦੇ ਸਨ, ਵੀ ਜੰਗ ਦੇ ਨਾਲ ਹੀ ਅਸੀਂ। ਗੁਰਦੇਵ ਜੀ ਗੱਲਬਾਤ ਦਾ ਵੀ ਰਾਹ ਦੱਸਿਆ ਉਹਨੂੰ, ਵੀ ਜੇ ਤੂੰ ਗੱਲਬਾਤ ਕਰਨੀ ਹੈ ਤੇ ਆ ਕੇ ਬਹਿ ਕੇ ਸਾਡੇ ਨਾਲ ਗੱਲ ਕਰ ਸਕਦਾ, ਸਾਡੇ ਨਾਲ ਬਹਿ ਕੇ ਮੁਲਾਕਾਤ ਕਰ ਸਕਦਾ। ਔਰ ਨਵੇਂ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਗੁਰਦੇਵ ਜੀ ਜਦੋਂ ਦੱਖਣ ਨੂੰ ਗਏ ਨੇ ਤੇ ਉਹਨਾਂ ਦੇ ਜਾਣ ਦਾ ਪਰਪਸ ਵੀ ਇਹ ਸੀ ਕਿ ਔਰੰਗੇ ਨੂੰ ਮਿਲ ਕੇ ਉਹਦੇ ਨਾਲ ਗੱਲ ਕਰਨੀ, ਵੀ ਹਾਂ ਦੱਸ। ਪਰ ਮਹਾਰਾਜ ਜੀ ਦੇ ਜਾਣ ਤੋਂ ਰਸਤੇ ਦੇ ਵਿੱਚ ਹੀ ਖਬਰ ਹੋਈ ਕਿ ਨਰੰਗਾ ਜਿਹੜਾ ਸੀ ਚਾਲੇ ਪਾ ਗਿਆ। ਖੈਰ ਏਦਾਂ ਵੀ ਅੱਜ ਦੇ ਜਿਹੜੇ ਨਵੀਨ ਵਿਦਵਾਨ ਨੇ ਉਹ ਏਦਾਂ ਦੱਸਦੇ ਆ। ਹਾਂਜੀ। ਪਾਤਸ਼ਾਹ ਪ੍ਰਭ ਨੇ ਕਰੇ ਜਿਨ ਧਰਮ ਦ੍ਰਿੜਾਏ। ਮਹਾਰਾਜ ਜੀ ਕਹਿੰਦੇ ਵੱਡੇ ਵੱਡੇ ਪਾਤਸ਼ਾਹ ਜਿਹੜੇ ਨੇ ਪ੍ਰਮਾਤਮਾ ਦੇ ਕੀਤੇ ਹੋਏ ਨੇ, ਪਰਮੇਸ਼ਰ ਦੇ ਕੀਤੇ ਹੋਏ ਨੇ।
ਔਰ ਜਿਨ ਧਰਮ ਦ੍ਰਿੜਾਏ, ਜਿਨ੍ਹਾਂ ਨੇ ਧਰਮ ਦ੍ਰਿੜ ਕੀਤਾ ਹੈ। ਕੇਤਿਕ ਗਨ ਹੋ ਜਗਤ ਮੈਂ ਜਸ ਧਰਮ ਕਮਾਏ। ਕਿੰਨੇ ਵੱਡੇ ਰਾਜੇ ਹੋਏ ਨੇ ਸੰਸਾਰ ਚ, ਰਾਜੇ ਦਲੀਪ ਵਰਗੇ, ਰਾਜੇ ਮਾਨਧਾਤਾ ਵਰਗੇ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਰਹਿ ਕੇ ਰਾਜ ਵੀ ਕੀਤਾ ਔਰ ਧਰਮ ਵੀ ਕਮਾਇਆ। ਤੂੰ ਨੋ ਰੰਗ ਪਤਸ਼ਾਹ ਹੋ ਜਿਨ ਪਤਸ਼ਾਹੀ ਬੈਠਾ। ਇੱਕ ਤੂੰ ਹੈ ਨਰੰਗਾ ਪਾਤਸ਼ਾਹ ਤੇ ਪਾਤਸ਼ਾਹੀ ਦੇ ਤਖਤ ਤੇ ਤੂੰ ਬੈਠਾ ਹੈ। ਚਹੀਐ ਧਰਮ ਕਮਾਵਨੋ ਕੀ ਪਾਪ ਇਕੱਠਾ। ਤੈਨੂੰ ਚਾਹੀਦਾ ਸੀ ਧਰਮ ਦੀ ਕਮਾਈ ਕਰਨੀ, ਤੂੰ ਬਹਿ ਕੇ ਧਰਮ ਦਾ ਨਾਸ਼ ਕਰਨ ਲੱਗ ਪਿਆ ਤੇ ਪਾਪੀ ਬਣ ਗਿਆ। ਤੈਨੂੰ ਚਾਹੇ, ਤੂੰ ਪਾਤਸ਼ਾਹ ਹੈ, ਤੇਰਾ ਕਰਤੱਵ ਸੀ ਕਿ ਤੂੰ ਧਰਮ ਨੂੰ ਪਾਲਦਾ, ਪਰ ਤੂੰ ਤਾਂ ਬਹਿ ਕੇ ਧਰਮ ਦਾ ਨਾਸ਼ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ ਪਾਲਣਾ ਨਹੀਂ ਜੋ ਤੂੰ ਪਾਲ ਰਿਹਾ। ਅੱਗੇ ਮਹਾਰਾਜ ਜੀ ਹੋਰ ਲਾਹਨਤਾਂ ਪਾ ਰਹੇ ਨੇ ਇਹਨੂੰ ਕਿ ਟੋਪੀਆਂ ਬੁਣ ਕੇ ਉਹਨਾਂ ਦੀਆਂ ਦਿਨਾ, ਕੁਰਾਨ ਲਿਖ ਕੇ ਦਿਨਾ, ਕਹਿਣਾ ਮੈਂ ਪਾਤਸ਼ਾਹੀ ਖਜ਼ਾਨਾ ਨਹੀਂ ਖਾਂਦਾ, ਮੈਂ ਆਪਣੀ ਮਿਹਨਤ ਦੀ ਰੋਟੀ ਖਾਣਾ। ਨਰੰਗੇ ਨੇ ਵੀ ਪਖੰਡ ਜਿਹਾ ਪਾਲਿਆ ਹੋਇਆ ਸੀ ਲੋਕਾਂ ਵਿੱਚ। ਟੋਪੀਆਂ ਬੁਣ ਕੇ ਨਾ ਦੰਦਾ ਹੁੰਦਾ ਸੀ, ਉਹਦੇ ਬਦਲੇ ਜਿਹੜੇ ਪੈਸੇ ਆਉਣੇ, ਕੁਰਾਨ ਲਿਖ ਕੇ ਪੈਸੇ, ਉਹਦੇ ਨਾਲ ਇਹਨੇ ਆਪਣੀ ਰੋਟੀ ਖਾਣੀ। ਕਹਿੰਦਾ ਮੈਂ ਸਰਕਾਰੀ ਖਜ਼ਾਨਾ ਨਹੀਂ ਖਾਣਾ। ਏਦਾਂ ਦਾ ਵੀ ਪਖੰਡ ਰੱਖਦਾ ਸੀ। ਮਹਾਰਾਜ ਜੀ ਕਹਿੰਦੇ ਜੇ ਤੂੰ ਇਹੀ ਸੋਚੇ ਤੇ ਘੋੜਾ ਵੀ ਜੌਂ ਖਾਂਦਾ ਹੈ, ਤੇ ਉਹ ਕਹੇ ਵੀ ਮੈਂ ਸਾਰਾ ਦਿਨ ਮਿਹਨਤ ਕਰਦਾ ਉੱਤੇ ਸਵਾਰ ਨੂੰ ਢੋ ਕੇ ਤੇ ਤਾਂ ਮੈਨੂੰ ਇਹ ਖਾਣ ਨੂੰ ਮਿਲਦਾ ਹੈ, ਤੇ ਜੇ ਇਹ ਬਿਰਤੀ ਘੋੜੇ ਦੀ ਵੀ ਹੋਵੇ ਤੇ ਫਿਰ ਜਿੰਨੇ ਘੋੜੇ ਨੇ ਸੰਸਾਰ ਵਿੱਚ ਉਹ ਸਾਰੇ ਮੁਕਤ ਹੋ ਜਾਣੇ ਚਾਹੀਦੇ ਨੇ। ਇਹ ਰੰਗਿਆ, ਫਿਰ ਤਾਂ ਤੂੰ ਉਹਨਾਂ ਚਾਰ ਲੱਤਾਂ ਵਾਲਿਆਂ ਘੋੜਿਆਂ ਤੋਂ ਵੀ ਭੈੜਾ ਹੈ, ਉਹਨਾਂ ਤੋਂ ਵੀ ਮਾੜਾ ਹੈ। ਉਹ ਘਟੋ ਘੱਟ ਆਪਣੇ ਮਾਲਕ ਦਾ ਬੋਝ ਤਾਂ ਢੋਂਦੇ ਆ, ਤੂੰ ਤਾਂ ਜਿਹੜੀ ਪ੍ਰਜਾ ਦਾ ਬੋਝ ਢੋਣਾ ਸੀ ਉਹਨਾਂ ਤੇ ਬੋਝ ਬਣ ਕੇ ਬੈਠਾ, ਉਹਨਾਂ ਦੇ ਮੱਥਿਆਂ ਤੋਂ ਜਨੇਊ ਤਿਲਕ ਧੋ ਰਿਹਾ, ਜਨੇਊ ਤੋੜ ਰਿਹਾ, ਮੰਦਰ ਤੋੜ ਰਿਹਾ। ਇਹ ਬਹੁਤ ਸਾਰੀਆਂ ਲਾਹਨਤਾਂ ਗਰੀਬ ਨਵਾਜ ਪਾਤਸ਼ਾਹ ਨੇ ਨਰੰਗੇ ਨੂੰ ਪਾਈਆਂ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म अबनासी अघनाश हे पुरन हे सर्वमय दुख भंजन गुणतास हे संगी हे निरंकार हे गोविंद हे गुण निधान जाकै सदा हे विवेक अपरंपर हर हरे है पी होवन हार हे संतः कै सदा संग धारा आधार हे ठाकुर हो दासरो मैं निर्गुण गुण नहीं कोई नानक दीजै नाम दान राखो ही है परो आए प्रभ शरणागति कृपा नित दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ।